ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਸਵਾਗਤ ਹੈ। ਦਰਅਸਲ ਇਤਿਹਾਸ ਦੇ ਬਹੁਤ ਸਾਰੇ ਪੰਨੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਵਿਚਾਰਦੇ ਹਾਂ ਤਾਂ ਉਹਨਾਂ ਦੇ ਨਾਲ ਘਟਨਾਵਾਂ ਬਹੁਤ ਸਾਰੀਆਂ ਜੁੜਦੀਆਂ ਤੇ ਕਈ ਤਰ੍ਹਾਂ ਦੇ ਖਿਆਲਾਤ ਲੋਕ ਜਨਤਕ ਖਿਆਲਾਂ ਦੇ ਵਿੱਚ ਉਗਦੇ ਨੇ, ਪੈਦਾ ਹੁੰਦੇ ਨੇ। ਜਦੋਂ ਅਸੀਂ ਇਸ ਅੱਜ ਦੇ ਆਲਮ ਦੇ ਵਿੱਚ ਦੀ ਵਿਚਰਦੇ ਹੋਏ ਹਾਲਾਤ ਦੇਖਦੇ ਹਾਂ ਤਾਂ ਸੰਸਾਰ ਪੱਧਰ ਤੇ ਨਸਲਵਾਦੀ ਘਟਨਾਵਾਂ ਦਾ ਦੌਰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਪਿੱਛੇ ਜੇ ਅਮਰੀਕਾ ਦੇ ਵਿੱਚ ਬਫਲੋ ਦੇ ਵਿੱਚ ਇੱਕ ਐਸੀ ਦਰਦਨਾਕ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ 18 ਸਾਲਾਂ ਦੇ ਗੋਰੇ ਨੌਜਵਾਨ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੁਪਰਮਾਰਕੀਟ 'ਚ ਮੌਜੂਦ ਕਈ ਲੋਕਾਂ ਨੂੰ ਮਾਰ ਮੁਕਾਇਆ। ਉਹਨਾਂ ਦੀ ਗਿਣਤੀ 10 ਦੱਸੀ ਜਾਂਦੀ ਹੈ, ਜ਼ਖਮੀ ਕਈ ਹੋਰ ਨੇ ਜਿਹੜੇ ਹਾਲਤ ਗੰਭੀਰ ਹੈ, ਪਰ ਮਰਨ ਵਾਲਿਆਂ 'ਚ ਜ਼ਿਆਦਾਤਰ ਗਿਣਤੀ ਸਿਆਹ ਭਾਈਚਾਰੇ ਦੇ ਲੋਕਾਂ ਦੀ ਸੀ। ਹਾਲਾਂਕਿ ਇੱਕ ਪੁਲਿਸ ਅਧਿਕਾਰੀ ਵੀ ਜੋ ਸੁਰੱਖਿਆ 'ਤੇ ਤਾਇਨਾਤ ਸੀ ਉਹ ਮਾਰਿਆ ਗਿਆ, ਜਿਹੜਾ ਕਿ ਗੈਰ ਸਿਆਹ ਸੀ। ਪਰ ਇਸ ਨੂੰ ਨਸਲਵਾਦੀ ਹਮਲਾ ਕਰਾਰ ਦਿੱਤਾ ਜਾ ਰਿਹਾ ਹੈ ਕਿਉਂਕਿ ਜਿਸ ਇਲਾਕੇ ਦੇ ਵਿੱਚ ਇਹ ਘਟਨਾ ਹੋਈ ਉਸ ਨੂੰ ਬੜੇ ਯੋਜਨਾਬੱਧ ਢੰਗ ਦੇ ਨਾਲ ਨੇਪਰੇ ਚਾੜ੍ਹਨ ਦੇ ਲਈ ਇਹ ਸਾਜ਼ਿਸ਼ ਰਚੀ ਗਈ ਅਤੇ ਇਸ ਦੇ ਵਿੱਚ ਜਿਸ ਗੋਰੇ ਵਿਅਕਤੀ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਉਸ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ। ਉਹਨੇ ਬਕਾਇਦਾ ਪੂਰੀ ਤਿਆਰੀ ਕੀਤੀ ਹੋਈ ਸੀ, ਇੱਥੋਂ ਤੱਕ ਕਿ ਉਸ ਨੂੰ ਸਿੱਧਾ ਪ੍ਰਸਾਰਣ ਕਰਦਿਆਂ ਹੋਇਆ ਇਹ ਸਾਰੇ ਦੁਖਾਂਤ ਨੂੰ ਉਸਨੇ ਅੰਜਾਮ ਦਿੱਤਾ। ਇੱਕ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਵਾਪਰੀਆਂ ਨੇ ਜਿਨ੍ਹਾਂ ਨੇ ਸਾਰਿਆਂ ਦੇ ਮਨਾਂ ਨੂੰ ਟੁੰਬਿਆ ਅਤੇ ਲੋਕਾਂ ਨੂੰ ਝੰਜੋੜ ਦਿੱਤਾ। ਚਾਹੇ ਸਿਆਹ ਮੂਲ ਦੇ ਭਾਈਚਾਰੇ ਨੇ ਜਿਨ੍ਹਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ, ਚਾਹੇ ਇੰਡੀਜਨਸ ਭਾਈਚਾਰੇ ਨੇ ਜਾਂ ਦੁਨੀਆ ਦੇ ਕੋਨੇ-ਕੋਨੇ 'ਚ ਘੱਟ ਗਿਣਤੀਆਂ ਨੇ। ਹੱਦਾਂ ਸਰਹੱਦਾਂ 'ਤੇ ਜੋ ਹਾਲਾਤ ਨੇ ਉਹਨਾਂ ਨੂੰ ਵੀ ਜਦੋਂ ਅਸੀਂ ਦੇਖਦੇ ਹਾਂ, ਸੋ ਐਸੀਆਂ ਘਟਨਾਵਾਂ ਜਿਹੜੀਆਂ ਹਨ ਇਹਨਾਂ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਇੱਕ ਉਸ ਨਿਰੰਤਰਤਾ ਦਾ ਹੀ ਹਿੱਸਾ ਹੈ ਜਿਸ ਦੇ ਵਿੱਚ ਨਸਲਵਾਦ ਦਾ ਬੋਲਬਾਲਾ ਜ਼ੋਰਾਂ 'ਤੇ ਹੈ। ਹਾਲਾਂਕਿ ਪਿਛਲੇ ਦਿਨਾਂ ਵਿੱਚ ਹੀ ਅਸੀਂ ਨਸਲਵਾਦ ਦੇ ਖਿਲਾਫ ਬੜੀਆਂ ਗੱਲਾਂ ਕੀਤੀਆਂ, ਦਿਨ ਮਨਾਏ ਜਾਂਦੇ ਨੇ। ਦੁਨੀਆ 'ਚ ਇਹ ਕਿਹਾ ਜਾਂਦਾ ਕਿ ਹੁਣ ਇਸ ਨੂੰ ਕਾਬੂ ਕਰਨ ਦੇ ਲਈ ਬਹੁਤ ਵੱਡੇ ਯਤਨ ਕੀਤੇ ਗਏ ਨੇ, ਪਰ ਜੋ ਇਹ ਸਾਰਾ ਕੁਝ ਵਾਪਰ ਰਿਹਾ ਅੱਜ ਸਾਡੇ ਸਾਹਮਣੇ ਹੈ। ਇਸ ਵਿਸ਼ੇ 'ਤੇ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਜਿਸ ਦੇ ਵਿੱਚ ਸ਼ਾਮਲ ਨੇ ਗੁਰਪ੍ਰੀਤ ਸਿੰਘ ਜੀ, ਜਿਹੜੇ ਲਗਾਤਾਰ ਰੇਸਿਜ਼ਮ ਬਾਰੇ ਲਿਖਦੇ ਆ ਰਹੇ ਨੇ ਅਤੇ ਇਹਨਾਂ ਮੁੱਦਿਆਂ 'ਤੇ ਬੜੀ ਬੇਬਾਕੀ ਦੇ ਨਾਲ ਵਿਚਾਰ ਸਾਂਝੇ ਕਰਦੇ ਨੇ। ਸੋ ਇਸ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਹਾਂ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ, ਐਡਾ ਸੰਜੀਦਾ ਮੁੱਦਾ ਉਸ 'ਤੇ ਗੱਲਬਾਤ ਕਰਨ ਲਈ ਮੌਕਾ ਦੇ ਰਹੇ ਹੋ, ਧੰਨਵਾਦ। ਸ਼ੁਕਰੀਆ ਜੀ। ਸੋ ਅਮਰੀਕਾ ਦੇ ਵਿੱਚ ਜਿਹੜੀ ਇਹ ਦਰਦਨਾਕ ਘਟਨਾ ਹੋਈ ਹੈ ਜਿਸ ਦੇ ਵਿੱਚ ਸਿਆਹ ਭਾਈਚਾਰੇ ਦੇ ਜ਼ਿਆਦਾਤਰ ਲੋਕ ਮਾਰੇ ਗਏ ਨੇ, ਹਮਲਾਵਰ ਇੱਕ ਗੋਰਾ ਮੁੰਡਾ ਸੀ। ਜੋ ਇਸ ਘਟਨਾ ਨੂੰ ਜਦੋਂ ਅਸੀਂ ਦੇਖਦੇ ਹਾਂ ਇਹ ਸਾਰੇ ਇਸ ਦੀ ਪਿਛੋਕੜ ਅਤੇ ਹਾਲਾਤ ਦੇ ਵਿੱਚ ਅਤੇ ਇਸ ਘਟਨਾ ਨੂੰ ਜਿਵੇਂ ਅੰਜਾਮ ਦਿੱਤਾ ਗਿਆ ਇਸ ਦੇ ਬਾਰੇ ਵਿਚਾਰ ਦਿਓ ਜੀ। ਗੁਰਵਿੰਦਰ ਸਿੰਘ ਜੀ, ਗੱਲ ਇਸ ਕਿ ਜੋ ਕੁਝ ਵੀ ਘਟਨਾਕ੍ਰਮ ਹੋਇਆ ਸੱਚਮੁੱਚ ਬੜਾ ਦਰਦਨਾਕ ਸੀ ਜੀ, ਔਰ ਕਈ ਲੋਕਾਂ ਦੇ ਮਤਲਬ ਜਿਹਨੂੰ ਕਹਿੰਦੇ ਕਿ ਮਨਾਂ ਦੇ ਵਿੱਚ ਇਸ ਘਟਨਾਕ੍ਰਮ ਤੋਂ ਬਾਅਦ ਬੇਚੈਨੀ ਵੀ ਹੈ, ਡਰ ਵੀ ਹੈ। ਪਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ, ਇਸ ਤਰ੍ਹਾਂ ਦੀ ਘਟਨਾਵਾਂ ਪਹਿਲਾਂ ਵੀ ਹੋਈਆਂ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਗਾਂਹ ਵੀ ਵਾਪਰਦੀਆਂ ਰਹਿਣਗੀਆਂ ਜੇ ਸਹੀ ਕਦਮ ਨਹੀਂ ਚੁੱਕੇ ਗਏ, ਕਿਉਂਕਿ ਲੰਮਾ ਚੌੜਾ ਇਤਿਹਾਸ ਹੈ। ਇਸ ਤੋਂ ਪਹਿਲਾਂ ਅਨੇਕਾਂ ਵਾਰ ਅਸੀਂ ਵੇਖਿਆ ਕਿ ਕਿੰਨੇ ਦਰਦਨਾਕ ਕਾਰੇ ਹੋ ਚੁੱਕੇ ਨੇ, ਇੱਥੋਂ ਤੱਕ ਕਿ ਵਿਸਕੌਨਸਿਨ ਗੁਰਦੁਆਰੇ 'ਚ ਵੀ ਹੋ ਚੁੱਕੇ ਆ ਜੀ। ਸੋ ਜਿਹੜੇ ਰੰਗਦਾਰ ਲੋਕ ਨੇ ਲਗਾਤਾਰ ਨਿਸ਼ਾਨਾ ਉਹਨਾਂ ਨੂੰ ਬਣਾਇਆ ਜਾ ਰਿਹਾ। ਆਹ ਜਿਹੜੀ ਘਟਨਾ ਵਾਪਰੀ ਇਸ ਪਿੱਛੇ ਥੋੜ੍ਹੇ ਤੱਥਾਂ ਬਾਰੇ ਗੱਲ ਕਰ ਲਈਏ ਕਿ ਜੋ ਇਹ ਸੁਪਰ ਮਾਰਕੀਟ 'ਚ ਕਾਰਾ ਹੋਇਆ, 18 ਵਰ੍ਹਿਆਂ ਦਾ ਨੌਜਵਾਨ, ਜਿਹੜਾ ਕਿ ਹੁਣ ਇਹ ਸਾਹਮਣੇ ਆ ਰਿਹਾ ਕਿ ਅਧਿਕਾਰੀਆਂ ਦੇ ਰਡਾਰ 'ਤੇ ਪਹਿਲੋਂ ਵੀ ਸੀ, ਪਹਿਲੋਂ ਵੀ ਕੁਝ ਧਮਕੀਆਂ ਉਸਨੇ ਦਿੱਤੀਆਂ ਸਕੂਲ ਵਿੱਚ, ਇਹ ਮਾਮਲਾ ਉਹਨਾਂ ਦੇ ਧਿਆਨ 'ਚ ਆਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਫਿਰ ਉਸ 'ਤੇ ਨਿਗਾਹ ਕਿਉਂ ਨਹੀਂ ਰੱਖੀ ਗਈ। ਜੇ ਉਸ ਨੂੰ ਇਸ ਤਰ੍ਹਾਂ ਲਿਆ ਜਾ ਰਿਹਾ ਕਿ ਉਸ ਦੀ ਮਾਨਸਿਕ ਸਿਹਤ ਦਾ ਮਸਲਾ ਵਗੈਰਾ ਵਗੈਰਾ, ਜਿਹੜਾ ਕਿ ਲੱਗਦਾ ਨਹੀਂ ਹੈ, ਕਿਉਂਕਿ ਉਸ ਦੇ ਜਿਹੜੇ ਤਾਰ ਜਿੱਦਾਂ ਗਰੁੱਪਾਂ ਨਾਲ ਜੁੜੇ ਹੋਏ ਆ ਉਹਨਾਂ ਦੀ ਪੈੜ ਕੱਢਣੀ ਜ਼ਰੂਰੀ ਸੀ ਜੀ। ਸੋਸ਼ਲ ਮੀਡੀਆ 'ਤੇ ਜਿਹੜੇ ਉਸਨੇ ਆਪਣੇ ਵਿਚਾਰ ਪ੍ਰਗਟਾਏ ਆ, ਜਿਸ ਤਰੀਕੇ ਨਾਲ ਲਾਈਵ ਸਟਰੀਮ ਕੀਤਾ ਜਾਂ ਹਮਲੇ ਸਮੇਂ ਜੋ ਉਸਨੇ ਨਸਲੀ ਟੀਕਾ ਟਿੱਪਣੀਆਂ ਕੀਤੀਆਂ, ਗੱਲ ਸਪਸ਼ਟ ਹੋ ਚੁੱਕਿਆ ਕਿ ਉਹ ਗੋਰਾ ਨਸਲਵਾਦੀ ਹੈ, ਨਸਲਵਾਦੀ ਵਿਚਾਰਾਂ ਨੂੰ ਪਰਨਾਇਆ ਹੋਇਆ ਔਰ ਉਹ ਇਕੱਲਾ ਨਹੀਂ ਗਾ, ਪੂਰੀ ਇੱਕ ਸੋਚ ਹੈ, ਇੱਕ ਵਿਚਾਰ ਹੈ ਜਿਹੜਾ ਉੱਥੇ ਚੱਲ ਰਿਹਾ। ਨੌਜਵਾਨਾਂ ਨੂੰ ਇਸ ਤਰੀਕੇ ਨਾਲ ਵਰਗਲਾ ਕੇ ਨਾਲ ਜੋੜ ਕੇ ਉਹਨਾਂ ਤੋਂ ਇਸ ਤਰ੍ਹਾਂ ਦੇ ਹਿੰਸਕ ਕਾਰੇ ਕਰਵਾਏ ਜਾ ਰਹੇ। ਸੋ ਇਹ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਔਰ ਜਿਹੜੇ ਉੱਥੋਂ ਦੇ ਮੇਅਰ ਨੇ ਉਹਨਾਂ ਨੇ ਸਵੀਕਾਰ ਲਿਆ ਕਿ ਇਹ ਨਸਲੀ ਘਟਨਾ ਸੀ। ਪਰ ਸਭ ਤੋਂ ਵੱਡੀ ਗੱਲ ਕਿ 13 ਵਿਅਕਤੀ ਪ੍ਰਭਾਵਿਤ ਹੋਏ ਨੇ, 10 ਮਰੇ ਨੇ, 3 ਜ਼ਖਮੀ ਹੋਏ ਨੇ। ਉਹਨਾਂ ਵਿੱਚੋਂ ਸਾਰਿਆਂ ਵਿੱਚੋਂ 11 ਜਿਹੜੇ ਉਹ ਸਿਆਹ ਨਸਲ ਦੇ ਸੀਗੇ। ਸੋ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਇਸ ਗੱਲ ਦੇ ਵਿੱਚ ਕਿ ਸਿਰਫ ਤੇ ਸਿਰਫ ਸਿਆਹ ਨਸਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਇਹ ਸਾਰਾ ਕਾਰਾ ਕੀਤਾ ਗਿਆ। ਔਰ ਅਸੀਂ ਵੇਖ ਰਹੇ ਹਾਂ ਕਿ ਪਿੱਛੇ ਜੇ ਕਿੰਨੀਆਂ ਘਟਨਾਵਾਂ ਵਾਪਰੀਆਂ ਜਿਹਦੇ 'ਚ ਸਿਆਹ ਨਸਲ ਦੇ ਲੋਕ ਨਿਸ਼ਾਨਾ ਬਣਾਏ ਗਏ, ਗੋਰੇ ਨਸਲਵਾਦੀਆਂ ਵੱਲੋਂ ਵੀ, ਇੱਥੋਂ ਤੱਕ ਕਿ ਪੁਲਿਸ ਵੱਲੋਂ ਵੀ। ਸੋ ਸਿਆਹ ਨਸਲ ਦੇ ਲੋਕਾਂ ਦੇ ਖਿਲਾਫ ਜਿਹੜਾ ਨਸਲਵਾਦ ਚੱਲਦਾ ਆ ਰਿਹਾ ਅਮਰੀਕਾ ਵਿੱਚ, ਉਸ ਦੀ ਕਾਫੀ ਲੰਮੀ ਚੌੜੀ ਇਤਿਹਾਸਿਕ ਪਿੱਠਭੂਮੀ ਹੈ। ਪਰ ਉਸ ਤੋਂ ਵੀ ਪਹਿਲਾਂ ਜਿਸ ਤਰ੍ਹਾਂ ਅਮਰੀਕਾ ਦੀ ਉਸਾਰੀ ਹੋਈ, ਕੈਨੇਡਾ ਦੀ ਉਸਾਰੀ ਹੋਈ, ਮੂਲ ਵਾਸੀਆਂ ਦੀ ਜੱਦੀ ਧਰਤੀ 'ਤੇ
ਬਸਤੀਵਾਦ ਦੇ ਨਾਲ ਕਬਜ਼ਾ ਕਰਕੇ ਨੇਸ਼ਨ ਸਟੇਟ ਨੂੰ ਸਾਰਿਆ। ਨਸਲਵਾਦ ਦੀ ਜੜ੍ਹਾਂ ਤਾਂ ਉਸ ਸਮੇਂ ਤੋਂ ਲੱਗੀਆਂ ਹੋਈਆਂ। ਹੁਣ ਬੈਫਲੋ ਦੀ ਘਟਨਾ ਦੀ ਰੌਸ਼ਨੀ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਚੀਜ਼ਾਂ ਕੈਨੇਡਾ ਵਿੱਚ ਵੀ ਹੋ ਸਕਦੀਆਂ ਔਰ ਪਿੱਛੇ ਹੋਈਆਂ ਵੀ ਨੇ। ਜਿਵੇਂ ਕਿ ਅਸੀਂ ਵੀ ਜਾਣਦੇ ਪਿਛਲੇ ਸਾਲ ਲੰਡਨ ਓਨਟਾਰੀਓ ਵਿੱਚ ਮੁਸਲਿਮ ਟੱਬਰ ਤੇ ਗੱਡੀ ਚਾੜ ਦਿੱਤੀ ਗਈ, ਉਹ ਵੀ ਗੋਰੇ ਨਸਲਵਾਦੀ ਵੱਲੋਂ ਕੀਤਾ ਗਿਆ ਕਾਰਾ ਸੀਗਾ। ਸਾਡੇ ਆਪਣੇ ਸਰੀ ਦੇ ਵਿੱਚ ਜਿਹੜਾ ਗੁਰੂ ਘਰ ਹੈ ਇੱਥੇ ਨਿਰਮਲ ਸਿੰਘ ਗਿੱਲ ਦਾ ਕਤਲ ਹੋ ਚੁੱਕਿਆ, ਉਹ ਵੀ ਗੋਰੇ ਨਸਲਵਾਦੀਆਂ ਨੇ ਕੀਤਾ ਸੀਗਾ। ਸੋ ਇਹ ਲੰਬਾ ਚੌੜਾ ਇਤਿਹਾਸ ਹੈ ਔਰ ਇਸ ਦੀ ਪਿੱਠਭੂਮੀ ਮੈਂ ਤੁਹਾਨੂੰ ਦੱਸ ਦਿੱਤੀ ਬਰੀਫਲੀ, ਜਿਹੜੀ ਇਸ ਗੱਲ ਨੂੰ ਸਾਨੂੰ ਸਮਝਣ ਲਈ ਮਜਬੂਰ ਕਰਦੀ ਕਿ ਜੋ ਇਹ ਹੋਇਆ ਇਹ ਦੁਬਾਰਾ ਵੀ ਹੋ ਸਕਦਾ ਜੇਕਰ ਅਸੀਂ ਇਤਿਹਾਸਿਕ ਘਟਨਾਵਾਂ ਨੂੰ ਸਹੀ ਤਰੀਕੇ ਨਾਲ ਸਮਝ ਕੇ ਉਸਦਾ ਵਿਸ਼ਲੇਸ਼ਣ ਨਾ ਕੀਤਾ, ਕਾਰਨ ਨਾ ਲੱਭੇ ਕਿ ਕਿਉਂ ਨੌਜਵਾਨ ਪੀੜ੍ਹੀ ਦੇ ਲੋਕ ਉਹਨਾਂ ਵਿਚਾਰਾਂ ਵੱਲ ਆਕਰਸ਼ਿਤ ਹੋ ਰਹੇ ਨੇ, ਕਿਹੜੀਆਂ ਗੱਲਾਂ ਨੇ ਜਿਹੜੀ ਮਜਬੂਰ ਕਰਦੀਆਂ ਉਹਨਾਂ ਨੂੰ ਨਸਲਵਾਦੀ ਬਣਨ ਲਈ, ਅਸੀਂ ਉਹ ਕਾਰਨ ਦੂਰ ਕਰੀਏ। ਔਰ ਇਹ ਗੱਲ ਸਿਰਫ ਅਮਰੀਕਾ ਤੱਕ ਸੀਮਤ ਨਹੀਂ ਹੈ, ਕੈਨੇਡਾ ਵੀ ਇਸ ਤਰੀਕੇ ਦੀ ਸਮੱਸਿਆ ਦਾ ਸਾਹਮਣਾ ਕਿਸੇ ਵੇਲੇ ਵੀ ਕਰ ਸਕਦਾ, ਕਿਉਂਕਿ ਸਾਡੇ ਇੱਥੇ ਮਸਜਿਦ 'ਤੇ ਵੀ ਹਮਲਾ ਹੋ ਚੁੱਕਾ ਕੁਬੈਕ ਦੇ ਵਿੱਚ। ਨਿਰਮਲ ਸਿੰਘ ਗਿੱਲ ਦੀ ਮੈਂ ਪਹਿਲਾਂ ਗੱਲ ਕਰ ਹਟਿਆ। ਇਸ ਤਰ੍ਹਾਂ ਦੀ ਅਨੇਕਾਂ ਹੋਰ ਮਿਸਾਲਾਂ ਨੇ। ਜਿਹੜੀ ਇਹ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਨਸਲ ਦੀ ਉੱਚਤਾ ਤੇ ਉੱਤਮਤਾ, ਜਿਹੜੀ ਇਹ ਚੀਜ਼ ਜਿਨ੍ਹਾਂ ਲੋਕਾਂ ਦੇ ਮਨਾਂ ਦੇ ਵਿੱਚ ਅੜੀ ਹੋਈ ਹੈ, ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਜਿਹੜੇ ਚਿੱਟੇ ਚਮੜੀ ਦੇ ਲੋਕ ਇਹੋ ਜਿਹੀ ਸੋਚ ਨੂੰ ਅਪਣਾਏ ਹੋਏ ਨੇ, ਉਹ ਇਹ ਗੱਲ ਬਰਦਾਸ਼ਤ ਨਹੀਂ ਕਰਦੇ ਕਿ ਉਹ ਜੋ ਚਾਹੇ ਸਿਆਹ ਮੂਲ ਦੇ ਨੇ ਚਾਹੇ ਰੰਗਦਾਰ ਭਾਈਚਾਰੇ ਦੇ ਨੇ, ਇਹ ਲੋਕ ਜਿਹੜੇ ਹਨ ਇਹ ਕਿਉਂ ਇਸ ਵੇਲੇ ਵਿਚਰ ਰਹੇ ਨੇ, ਮੁਲਕਾਂ 'ਚ ਕਿਉਂ ਨੇ, ਸਾਡੇ ਬਰਾਬਰ ਕਿਉਂ ਨੇ। ਜਦੋਂ ਅਸੀਂ ਪੁਰਾਤਨ ਸਮੇਂ ਭਾਰਤ ਦੀ ਜਿਹੜੀ ਮਨੂਵਾਦੀ ਸਮ੍ਰਿਤੀ ਜਾਂ ਵਰਨ ਵੰਡ ਨੂੰ ਦੇਖਦੇ ਹਾਂ ਤਾਂ ਇਹ ਗੱਲ ਸਾਡੇ ਮਨਾਂ 'ਚ ਆਉਂਦੀ ਸੀ ਕਿ ਕਿਸ ਤਰੀਕੇ ਨਾਲ ਇੱਕ ਉੱਚੀ ਨਸਲ ਆਪਣੇ ਆਪ ਨੂੰ ਸਮਝਣਾ, ਇੱਕ ਨੀਵੀਂ ਜਿਹੜੀ ਆ ਬਰਾਦਰੀ ਸਮਝਣਾ, ਫਿਰ ਉਹਨਾਂ ਨੂੰ ਵਰਨਾਂ 'ਚ ਵੰਡ ਦੇਣਾ, ਫਿਰ ਇਹ ਕਹਿਣਾ ਕਿ ਇਹ ਲੋਕ ਸ਼ੂਦਰ ਨੇ, ਇਹ ਦਲਿਤ ਨੇ, ਇਹ ਨੀਵੇਂ ਨੇ, ਅਤੇ ਇੱਕ ਜਿਹੜਾ ਹੈ ਬ੍ਰਾਹਮਣ ਹੈ ਜਾਂ ਉੱਚਾ। ਪਰ ਜਦੋਂ ਜਦੋਂ ਗਿਆਨ ਦੀ ਰੌਸ਼ਨੀ ਜਿਵੇਂ ਵੱਧਦੀ ਗਈ, ਦੁਨੀਆ ਨੇ ਇਸ ਗੱਲ ਨੂੰ ਸਮਝਿਆ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਕਾਰਵਾਈ ਅਤੇ ਵਰਤਾਰਾ ਹੈ। ਗੁਰੂ ਨਾਨਕ ਸਾਹਿਬ ਨੇ ਇਸ ਦੇ ਖਿਲਾਫ ਆਵਾਜ਼ ਉਠਾਈ ਅਤੇ ਇਹ ਗੱਲ ਕਹੀ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸੌ ਕਿਆਰੀਸ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਮਿਲਾ ਕੇ ਗੱਲ ਕਹੀ। ਅਤੇ ਸਭ ਤੋਂ ਵੱਡਾ ਜਿਹੜਾ ਇੱਕ ਨੈਰੇਟਿਵ ਵੱਖਰਾ ਬਿਰਤਾਂਤ ਖੜਾ ਕੀਤਾ ਜਿਹੜਾ ਕਿ ਸੰਸਾਰ 'ਚ ਕਿਤੇ ਵੀ ਲਾਗੂ ਹੁੰਦਾ, ਜਿਸ ਨੂੰ ਕੋਈ ਝੁਠਲਾ ਹੀ ਨਹੀਂ ਸਕਦਾ, ਭਗਤ ਕਬੀਰ ਜੀ ਦਾ ਇਹ ਕਹਿਣਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਨ ਬਾਟ ਕਾਹੇ ਨਹੀਂ ਆਇਆ। ਆਨ ਬਾਟ ਕਾਹੇ ਨਹੀਂ ਆਇਆ ਕਿਤੇ ਵੀ ਢੁਕਦਾ। ਜਿਹੜਾ ਵੀ ਕੋਈ ਨਸਲਵਾਦ ਕਰਦਾ, ਇਹ ਸਵਾਲ ਹੈ ਕਿ ਜਿਵੇਂ ਬਾਕੀ ਜੰਮੇ ਉਹ ਵੀ ਉਵੇਂ ਹੀ ਜੰਮਦਾ। ਜਿਹੜਾ ਰੰਗ ਹੈ, ਕਿਸੇ ਦਾ ਸਿਆਹ ਹੈ, ਕਿਸੇ ਦਾ ਚਿੱਟਾ ਹੈ, ਇਹ ਕੇਵਲ ਅਤੇ ਕੇਵਲ ਸ੍ਰਿਸ਼ਟੀ ਦਾ, ਜਲਵਾਯੂ ਦਾ, ਸਾਰਾ ਕੁਝ ਉਸ ਦਾ ਅਸਰ ਹੈ ਜਾਂ ਉਸ ਦੇ ਨਾਲ ਹੀ ਇਸ ਦਾ ਪ੍ਰਭਾਵ ਬਣਦਾ ਹੈ। ਹੁਣ ਜੋ ਅਮਰੀਕਾ ਦੇ ਵਿੱਚ ਇਹ ਘਟਨਾ ਵਾਪਰੀ, ਜਿਸ ਦੇ ਵਿੱਚ ਜਿਸ ਇਲਾਕੇ 'ਚ ਵਾਪਰੀ, ਉੱਥੇ ਜ਼ਿਆਦਾਤਰ ਵਸੋਂ ਸਿਆਹ ਭਾਈਚਾਰੇ ਦੇ ਲੋਕਾਂ ਦੀ ਸੀ, ਅਤੇ ਇਸ ਗੱਲ ਨੂੰ ਉਸ ਤੋਂ ਪਹਿਲਾਂ ਵੀ ਬਹੁਤ ਵਾਰ ਜਤਾਇਆ ਗਿਆ ਕਿ ਅਮਰੀਕਾ 'ਚ ਨਸਲਵਾਦੀ ਗੋਰਿਆਂ ਦੀ ਐਸੀ ਭਰਮਾਰ ਹੈ ਜਿਹੜੇ ਕਿਸੇ ਸਮੇਂ ਸਰਕਾਰ ਦੀ ਸ਼ਹਿ 'ਤੇ ਵੀ, ਜਦੋਂ ਟਰੰਪ ਦਾ ਰਾਜ ਸੀ ਉਸ ਵੇਲੇ ਹੋਰ ਵੀ ਚਾਮਲ ਗਏ ਸਨ, ਅਤੇ ਉਸ ਤੋਂ ਬਾਅਦ ਖੁੱਲ੍ਹੇਆਮ ਜਿਹੜਾ ਹੈ ਇਹੋ ਜਿਹਾ ਪ੍ਰਸਾਰਨ ਸ਼ੁਰੂ ਹੋ ਗਿਆ ਸੀ। ਆਮ ਅਸੀਂ ਦੇਖਦੇ ਹਾਂ, ਨਾ ਸਿਰਫ ਸਿਆਹ ਮੂਲ ਦੇ ਲੋਕਾਂ ਲਈ, ਮੈਕਸੀਕਨ ਭਾਈਚਾਰੇ ਲਈ ਜਾਂ ਰੰਗਦਾਰ ਭਾਈਚਾਰਿਆਂ ਲਈ। ਸੋ ਇਸ ਘਟਨਾ ਨੂੰ ਜਿਸ ਤਰੀਕੇ ਨਾਲ ਅਸੀਂ ਅੱਜ ਵਿਚਾਰ ਕੇ ਇਸ ਦੇ ਬਾਰੀਕੀਆਂ ਦੇ ਨਾਲ ਪੱਖ ਪੜਤਾਲ ਕਰਨੀ ਹੈ, ਉਹ ਬੜਾ ਜ਼ਰੂਰੀ ਹੈ ਕਿ ਕਿੰਨਾਂ ਗੱਲਾਂ 'ਤੇ ਗੌਰ ਕੀਤੀ ਜਾਏ। ਹੁਣ ਜਿਹੜਾ ਨਸਲਵਾਦ ਦਾ ਜਿਹੜਾ ਬੋਲਬਾਲਾ ਹੈ ਜਾਂ ਨਸਲ ਦੀ ਉੱਚਤਾ ਅਤੇ ਉੱਤਮਤਾ ਦੀ ਗੱਲ ਹੈ, ਇਸ ਨੂੰ ਜਦੋਂ ਅਸੀਂ ਲੈਂਦੇ ਹਾਂ, ਸੋ ਗੁਰਪ੍ਰੀਤ ਸਿੰਘ ਜੀ, ਸਾਡਾ ਪਹਿਲਾ ਨੁਕਤਾ ਇਹਦੇ 'ਚ ਇਹ ਆਉਂਦਾ ਕਿ ਅਸੀਂ ਇਸ ਸਾਰੀ ਘਟਨਾ ਤੋਂ ਜਿਹੜਾ ਅੱਜ ਦੇ ਸਮੇਂ ਸੇਧ ਸਬਕ ਲੈ ਕੇ ਕਿਹੋ ਜਿਹਾ ਕੋਈ ਨਾ ਕੋਈ ਗਿਆਨ ਪੱਖੋਂ ਜਾਂ ਕਾਨੂੰਨ ਪੱਖੋਂ ਜਾਂ ਪ੍ਰਬੰਧ ਪੱਖੋਂ, ਹਕੂਮਤਾਂ ਦੇ ਪ੍ਰਸ਼ਾਸਨ ਪੱਖੋਂ ਕੁਝ ਕੀਤਾ ਜਾਏ ਤਾਂ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਨੱਥ ਪਾਈ ਜਾ ਸਕੇ, ਕਿਉਂਕਿ ਇਉਂ ਨਹੀਂ ਕਿ ਇੱਕ ਘਟਨਾ ਤੋਂ ਬਾਅਦ ਦੂਜੀ ਨਹੀਂ ਵਾਪਰਦੀ, ਇਹ ਨਿਰੰਤਰ ਵਰਤਾਰਾ ਹੈ। ਇਸ ਦੇ ਲਈ ਸਾਰਥਕ ਕਦਮ ਜਿਹੜੇ ਨਹੀਂ ਚੁੱਕੇ ਗਏ, ਉਹਨਾਂ ਦੇ ਬਾਰੇ ਵੀ ਜੋ ਮਹਿਸੂਸ ਕਰਦੇ ਹੋ ਦੱਸੋ। ਦੇਖੋ, ਗੱਲ ਇਸ ਤਰ੍ਹਾਂ ਕਿ ਇਸ ਟਾਈਮ ਸਬਬ ਨਾਲ ਉੱਥੇ ਜੋ ਬਾਈਡਨ ਦੀ ਸਰਕਾਰ ਆ ਜੀ, ਜੇ ਟਰੰਪ ਦੀ ਸਰਕਾਰ ਹੁੰਦੀ ਜਾਂ ਟਰੰਪ ਰਾਸ਼ਟਰਪਤੀ ਹੁੰਦੇ ਤਾਂ ਸ਼ਾਇਦ ਉਹ ਹੋਰ ਤਰੀਕੇ ਨਾਲ ਉਹਦਾ ਪ੍ਰਤੀਕਰਮ ਸਾਨੂੰ ਵੇਖਣ ਨੂੰ ਮਿਲਣਾ ਸੀਗਾ। ਉਹਨਾਂ ਨੇ ਪੱਲਾ ਝਾੜਨ ਵਾਲੀ ਇੱਕ ਕਾਰਵਾਈ ਕਰਨੀ ਸੀ। ਬਾਈਡਨ ਨੇ ਇਸ ਸਮੱਸਿਆ ਨੂੰ ਸੀਰੀਅਸਲੀ ਸਮਝਿਆ, ਇਸ 'ਤੇ ਆਪਣਾ ਪ੍ਰਤੀਕਰਮ ਵੀ ਦਿੱਤਾ। ਪਰ ਇਹ ਗੱਲ ਦੱਸਦੀ ਹੈ ਕਿ ਭਾਵੇਂ ਡੈਮੋਕ੍ਰੇਟਾਂ ਦਾ ਰਾਜ ਹੋਵੇ, ਰਿਪਬਲਿਕਨ ਦਾ ਰਾਜ ਹੋਵੇ, ਨਸਲਵਾਦ ਖਤਮ ਨਹੀਂ ਹੋਇਆ, ਉਵੇਂ ਦਾ ਉਵੇਂ ਜਾਰੀ, ਜਿਸ ਦਾ ਮਤਲਬ ਕਿ ਸਰਕਾਰਾਂ ਜਿਹੜੀ ਮਰਜ਼ੀ ਹੋਣ ਉਹਨਾਂ ਨੂੰ ਕੰਮ ਕਰਨਾ ਪੈਣਾ। ਪਹਿਲੀ ਗੱਲ ਤਾਂ ਬਹੁ ਗਿਣਤੀ ਦਾ ਨਸਲਵਾਦ ਜਿਹੜਾ ਜਾਂ ਦਹਿਸ਼ਤਵਾਦ, ਉਹ ਸੱਚਾਈ ਨੂੰ ਪਹਿਲਾਂ ਸਵੀਕਾਰਨਾ ਪਏਗਾ, ਕਿਉਂਕਿ ਇਹ ਰਵਾਇਤ ਚੱਲਦੀ ਆ ਰਹੀ ਬੜੇ ਸਮੇਂ ਤੋਂ ਕਿ ਜੇ ਕੋਈ ਮੁਸਲਿਮ ਇਹੋ ਜਿਹਾ ਕਾਰਾ ਕਰ ਦਿੰਦਾ
ਤਾਂ ਬੜੀ ਛੇਤੀ ਸਿੱਟਾ ਕੱਢ ਲਿਆ ਜਾਂਦਾ ਕਿ ਇਸਲਾਮਿਕ ਦਹਿਸ਼ਤਗਰਦੀ ਦਾ ਇਹ ਕਾਰਾ ਹੈ। ਔਰ ਇਹ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਇਸ ਦੇ ਇਸਲਾਮਿਕ ਸਟੇਟ ਨਾਲ ਬਾਕੀ ਨਾਲ ਤਾਰਾਂ ਕਿੰਨੀਆਂ ਕੁ ਜੁੜੀਆਂ ਨਹੀਂ ਜੁੜੀਆਂ। ਅਕਸਰ ਜਦੋਂ ਕੋਈ ਗੋਰਾ ਇਸ ਤਰ੍ਹਾਂ ਦਾ ਕਾਰਵਾਈ ਕਰਦਾ ਤਾਂ ਸੁਣਨ ਨੂੰ ਇਹ ਆਉਂਦਾ ਕਿ ਜੀ ਮੈਂਟਲ ਹੈਲਥ ਦਾ ਇਸ਼ੂ ਹੈ। ਬਹੁਤ ਛੇਤੀ ਕਿਤੇ ਉਸ ਨੂੰ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਖੈਰ ਹੁਣ ਕਿਉਂਕਿ ਇੰਨੀਆਂ ਘਟਨਾਵਾਂ ਵਾਪਰ ਚੁੱਕੀਆਂ ਕਿ ਹੁਣ ਉਹ ਕਰਨਾ ਔਖਾ, ਔਰ ਅਮਰੀਕਾ ਵਰਗੇ ਸਿਸਟਮ ਵਿੱਚ ਤਾਂ ਫਿਰ ਵੀ ਕੋਈ ਨਾ ਕੋਈ ਜਵਾਬਦੇਹੀ ਹੈ। ਸੋ ਇਸ ਕਰਕੇ ਉਹਨਾਂ ਨੇ ਬਹੁਤ ਇੱਕ ਜ਼ਿੰਮੇਵਾਰੀ ਦਾ ਕੰਮ ਲਿਆ। ਪਰ ਸਿਰਫ ਅਸੀਂ ਇਹ ਡੈਮੋਕ੍ਰੇਟਾਂ ਦੇ ਆਸਰੇ ਨਹੀਂ ਛੱਡ ਸਕਦੇ ਜਾਂ ਬਾਈਡਨ ਦੇ ਇਹ ਉਮੀਦ ਨਾਲ ਕਿ ਆਪਣੇ ਆਪ ਠੀਕ ਹੋ ਜਾਊਗਾ, ਕਿਉਂਕਿ ਨਾ ਤਾਂ ਟਰੰਪ ਨਸਲਵਾਦ ਲੈ ਕੇ ਆਇਆ ਸੀਗਾ, ਨਾ ਟਰੰਪ ਦੇ ਜਾਣ ਨਸਲਵਾਦ ਮੁੱਕਿਆ। ਸਮਝਣਾ ਇਹ ਪੈਣਾ ਕਿ ਨਸਲਵਾਦ ਪਹਿਲਾਂ ਵੀ ਸੀ, ਟਰੰਪ ਨੇ ਆ ਕੇ ਸਿਰਫ ਉਸ ਨੂੰ ਹੱਲਾਸ਼ੇਰੀ ਦਿੱਤੀ ਹੈ, ਜਿਹਦੇ ਕਰਕੇ ਜਿਹੜੇ ਨਸਲਵਾਦੀ ਲੁੱਕ ਕੇ ਬੈਠੇ ਹੁੰਦੇ ਸੀ ਉਹ ਬਾਹਰ ਆ ਗਏ, ਮੁਖਤਾਰਾ ਦਾ ਹਿੱਸਾ ਬਣ ਗਏ, ਮੂੰਹ ਪਾੜ ਕੇ ਨਸਲੀ ਗੱਲਾਂ ਕਰਨ ਲੱਗ ਪਏ। ਉਹਨਾਂ ਨੂੰ ਸ਼ਹਿ ਮਿਲ ਗਈ। ਜਦੋਂ ਕਹਿੰਦੇ ਨੇ ਜਥਾ ਰਾਜਾ ਤਥਾ ਪ੍ਰਜਾ, ਜੇ ਰਾਜੇ ਦੀ ਸ਼ਹਿ ਹੋਵੇ ਤਾਂ ਪ੍ਰਜਾ ਨੇ ਉਹੀ ਕਰਨਾ। ਸੋ ਉਹ ਗੱਲ ਹੋਈ। ਇਹਦਾ ਮਤਲਬ ਇਹ ਹੋਇਆ ਕਿ ਸਮੱਸਿਆ ਇਣ ਬਿਣ ਪਈ ਹੋਈ ਸੀ। ਟਰੰਪ ਦਾ ਉਠਾਨ ਇੱਕ ਲੱਛਣ ਸੀ ਬਿਮਾਰੀ ਦਾ। ਬਿਮਾਰੀ ਕਿਤੇ ਦੂਰ ਨਹੀਂ ਸੀ ਗਈ, ਉਹ ਬਿਮਾਰੀ ਹੁਣ ਸਾਡੇ ਸਾਹਮਣੇ ਹੈ, ਚਾਹੇ ਹੁਣ ਬਾਈਡਨ ਵੀ ਆ ਗਿਆ। ਹੁਣ ਇਸ ਦੀ ਹੱਲ ਲੱਭਣ ਲਈ ਇਹੀ ਹੈ, ਪਹਿਲਾਂ ਤਾਂ ਇਸ ਬਿਮਾਰੀ ਨੂੰ ਸਮਝੋ, ਬਹੁਗਿਣਤੀਵਾਦ ਦੇ ਨਸਲਵਾਦ ਨੂੰ ਇੱਕ ਸਮੱਸਿਆ, ਇੱਕ ਦਹਿਸ਼ਤਵਾਦ ਦੀ ਸਮੱਸਿਆ ਦੇ ਤੌਰ 'ਤੇ ਵੇਖਿਆ ਜਾਵੇ। ਉਹ ਲੈਂਸ ਚਾਹੀਦਾ। ਜਦੋਂ ਕੋਈ ਕਾਰਾ ਹੁੰਦਾ ਤਾਂ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇ ਕਿ ਉਹ ਵਿਅਕਤੀ ਦੇ ਪਿੱਛੇ ਹੋਰ ਕਿਹੜੇ ਵਿਅਕਤੀ ਨੇ, ਕਿਹੜੀ ਸੰਸਥਾਵਾਂ ਨੇ, ਕਿਸ ਤਰ੍ਹਾਂ ਦੀ ਸਾਈਟਸ ਤੋਂ ਜਾਂਦਾ ਰਿਹਾ, ਕਿਹੜੀ ਸਾਈਟਸ ਦੇ ਵਿੱਚੋਂ ਮੈਂਬਰ ਰਿਹਾ, ਉਹਨਾਂ ਨੂੰ ਲੱਭ ਕੇ ਉਹਨਾਂ ਦੀ ਪੈਡ ਕੱਢ ਕੇ ਉਹਨਾਂ ਦੇ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾਵੇ। ਔਰ ਫਿਰ ਜਿਹੜਾ ਇੱਕ ਇਹ ਨੈਰੇਟਿਵ ਚੱਲਦਾ ਨਾ ਕਿ ਇਹਨੂੰ ਫੜ ਕੇ ਫਾਹੇ ਲਾ ਦਿਓ, ਇਹਨੂੰ ਮੌਤ ਦੀ ਸਜ਼ਾ ਦੇ ਦਿਓ, ਇਸ ਦਾ ਮਸਲਾ ਹੱਲ ਨਹੀਂ ਹੋਣਾ। ਉਲਟ ਗੱਲ ਹੈ ਕਿ ਉਹਨਾਂ ਵਿਚਾਰਾਂ ਦੇ ਲੋਕਾਂ ਵਿੱਚ ਇਹ ਸ਼ਹੀਦ ਗਿਣਿਆ ਜਾਊਗਾ, ਉਹ ਹੋਰ ਲਾਚੜਨਗੇ। ਤੁਸੀਂ ਸਿਰਫ ਕਾਰਡ ਲਾਓਗੇ, ਵਿਚਾਰ ਇਹੋ ਜਿਹੇ ਪਣਪ ਕਿਉਂ ਰਹੇ ਆ? ਉਹਨਾਂ ਨੂੰ ਕਾਰਡ ਲਾਉਣ ਲਈ ਤੁਹਾਡੇ ਕੋਲ ਕੀ ਹੈ? ਮਿਸਾਲ ਦੇ ਤੌਰ 'ਤੇ ਜਿਸ ਤਰ੍ਹਾਂ ਹੁਣ ਅਰਚਾਰਾ ਵਿਗੜਿਆ ਹੋਇਆ ਸਾਰੇ ਇਸ ਪੂਰੇ ਖਿੱਤੇ ਦਾ, ਇਸ ਦੇ ਚੱਲਦਿਆਂ ਲੋਕਾਂ 'ਚ ਬੇਚੈਨੀ ਵੀ ਹੈ, ਗੁਰਬਤ ਵੀ ਹੈ, ਬੇਰੁਜ਼ਗਾਰੀ ਵੀ ਹੈ। ਅਕਸਰ ਉਹ ਕੀ ਕਰਦੇ, ਆਪਣੀ ਕਮਜ਼ੋਰੀ ਨੂੰ ਸਮਝਣ ਦੀ ਥਾਂ 'ਤੇ, ਸਮੱਸਿਆਵਾਂ ਦੀ ਹੱਲ ਸਮਝਣ ਦੀ ਥਾਂ 'ਤੇ ਕਿ ਇਹ ਪੂੰਜੀਵਾਦ ਇਸ ਦੀ ਜੜ ਹੈ ਜਾਂ ਜਿਹੜੇ ਜਮਾਖੋਰ ਨੇ ਉਹ ਨੁਕਸਾਨ ਕਰ ਰਹੇ, ਅਸੀਂ ਕੋਈ ਨਾ ਕੋਈ ਕਿਸੇ ਭਾਈਚਾਰੇ ਨੂੰ ਇੱਕ ਸਕੇਪਗੋਟ ਬਣਾ ਲੈਣੇ, ਬੜੀ ਦਾ ਬੱਕਰਾ, ਫਿਰ ਉਹਦੇ ਮਗਰ ਪੈ ਜਾਂਦੇ ਆ। ਕੋਵਿਡ-19 ਵਿੱਚ ਅਸੀਂ ਚੀਨੀਆਂ ਦੇ ਮਗਰ ਪੈ ਗਏ ਸੀ ਕਿ ਏਸ਼ੀਅਨ ਮੂਲ ਦੇ ਲੋਕਾਂ ਕਰਕੇ ਕੋਵਿਡ ਆਇਆ ਅਤੇ ਉਹਨਾਂ ਦੇ ਖਿਲਾਫ ਕਵਾਇਦ ਚੱਲ ਪਈ। ਸੋ ਗਾਇਬ ਗੱਲਾਂ ਚੱਲਦੀਆਂ ਵਾਲੀਆਂ। ਸੋ ਉਹਨਾਂ ਨੂੰ ਮੌਕਾ ਨਾ ਦਿਓ ਕਿ ਉਹ ਕਿਸੇ ਨੂੰ ਨਿਸ਼ਾਨਾ ਬਣਾਉਣ। ਉਹਨਾਂ ਵਿੱਚ ਇਹ ਹੋਵੇ ਕਿ ਬੇਚੈਨੀ ਨਾ ਹੋਵੇ, ਜਿਹੜੀ ਉਹਨਾਂ ਦੀਆਂ ਸਮੱਸਿਆਵਾਂ ਨੇ ਉਹ ਦੂਰ ਕੀਤੀਆਂ ਜਾਣ, ਚਾਹੇ ਬੇਰੁਜ਼ਗਾਰੀ ਹੈ, ਚਾਹੇ ਗੁਰਬਤ ਹੈ, ਅਤੇ ਤਾਂ ਜੋ ਉਹਨਾਂ ਕੋਲ ਇਹ ਮੌਕਾ ਹੀ ਨਾ ਹੋਵੇ ਕਿ ਉਹ ਇਸ ਤਰ੍ਹਾਂ ਸੋਚਣ ਜਾਂ ਇਸ ਤਰ੍ਹਾਂ ਲੋਕਾਂ ਦੇ ਝਾਂਸੇ 'ਚ ਆਉਣ। ਜਿਹੜੇ ਝਾਂਸਾ ਦਿੰਦੇ ਨੇ ਲੋਕਾਂ ਨੂੰ, ਉਹਨਾਂ ਦੀ ਪੈੜ ਕੱਢ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਕਿਉਂਕਿ ਸਿਰਫ ਇਹ ਕਹਿਣ ਨਾਲ ਕਿ 18 ਸਾਲ ਦਾ ਇੱਕ ਸਿਰ ਫਿਰਿਆ ਨੌਜਵਾਨ ਸੀ, ਉਸ ਤੋਂ ਹੀ ਕਾਰਾ ਹੋ ਗਿਆ, ਇਸ ਤਰ੍ਹਾਂ ਮਸਲਾ ਹੱਲ ਨਹੀਂ ਹੋਣਾ। ਸਾਨੂੰ ਇਸ ਦੀ ਵਿਚਾਰਧਾਰਕ ਜਿਹੜੇ ਲੋਕ ਜਿਹੜੇ ਇਹੋ ਜਿਹੀ ਪਾਨ ਚਾੜ ਰਹੇ ਨੌਜਵਾਨਾਂ ਦੇ ਉੱਤੇ, ਇਹੋ ਜਿਹੇ ਵਿਚਾਰਾਂ ਦੀ, ਉਹਨਾਂ ਦੀ ਪੈੜ ਕੱਢ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਪੈਣੀ ਹੈ। ਔਰ ਜਿਹੜੇ ਅਸੀਂ ਮੌਕਾ ਜਿਹੜਾ ਪ੍ਰਦਾਨ ਕਰ ਰਹੇ ਉਹਨਾਂ ਨੂੰ ਨੀਤੀਆਂ ਦੇ ਜ਼ਰੀਏ, ਉਹ ਮੌਕੇ ਸਾਨੂੰ ਖੋਣੇ ਪੈਣੇ, ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਆ, ਚਾਹੇ ਆਰਥਿਕ ਨਾ ਬਰਾਬਰੀ ਦੀ ਗੱਲ ਆ। ਇਹਨਾਂ ਨੂੰ ਦੂਰ ਕਰਨ ਲਈ ਦੂਰਅੰਦੇਸ਼ ਕੋਈ ਨਾ ਕੋਈ ਪਾਲਿਸੀਆਂ ਅਖਤਿਆਰ ਕਰਨੀਆਂ ਪੈਣਗੀਆਂ। ਬੜੀ ਇੱਕ ਦੂਰਅੰਦੇਸ਼ੀ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਇਹ ਸਾਰਾ ਓਵਰਆਲ ਸਿਸਟਮ ਦੇਖਦੇ ਹਾਂ ਅਤੇ ਮਾਨਸਿਕਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦਾ ਝੁਕਾਅ ਹੈ। ਇਸ ਦੇ ਬਾਰੇ ਸਿੱਟੇ ਕੀ ਨਿਕਲਣਗੇ, ਇਹਨਾਂ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ। ਉਦਾਹਰਨ ਵਜੋਂ ਜਿਵੇਂ ਅਸੀਂ ਗੱਲ ਟਰੰਪ ਦੇ ਪ੍ਰਸ਼ਾਸਨ ਦੀ ਕੀਤੀ, ਇਸ ਤੋਂ ਪਹਿਲਾਂ ਜਾਂ ਬਾਅਦ 'ਚ ਨਸਲਵਾਦ ਦਾ ਅੰਤ ਨਹੀਂ ਹੋਇਆ, ਪਰ ਹਵਾ ਦੇਣ ਵਾਲੀ ਗੱਲ ਦਾ ਇੱਕ ਪ੍ਰਮਾਣ ਇੱਥੋਂ ਲਿਆ ਜਾ ਸਕਦਾ ਹੈ ਕਿ ਜਦੋਂ ਟਰੰਪ ਇਲੈਕਸ਼ਨ ਲੜ ਰਿਹਾ ਸੀ ਤਾਂ ਉਸ ਦਾ ਪ੍ਰਚਾਰ, ਉਸ ਦੀਆਂ ਨੀਤੀਆਂ ਬਿਲਕੁਲ ਇਸ ਗੱਲ ਨੂੰ ਪੇਸ਼ ਕਰਦੀਆਂ ਸਨ ਕਿ ਜਿਹੜਾ ਬਹੁਗਿਣਤੀ ਦਾ ਜਿਹੜਾ ਬੋਲਬਾਲਾ ਹੈ, ਘੱਟ ਗਿਣਤੀਆਂ 'ਤੇ ਦਾਬਾ ਜਾਂ ਨਸਲੀ ਜਿਹੜਾ ਪ੍ਰਭਾਵ ਹੈ, ਉਹ ਉਹਦੀਆਂ ਗੱਲਾਂ ਤੋਂ ਝਲਕਦਾ ਸੀ। ਚਾਹੇ ਉਹ ਮੈਕਸੀਕੋ ਦੀ ਕੰਧ ਦੀ ਗੱਲ ਸੀ, ਜਾਂ ਕਈ ਘੱਟ ਗਿਣਤੀਆਂ ਦੇ ਉੱਪਰ ਉਪੱਦਰ ਦੀ ਗੱਲ ਸੀ, ਜਾਂ ਫਿਰ ਇਹੋ ਜਿਹੇ ਨਸਲੀ ਵਰਤਾਰੇ ਦੇ ਉਸ ਦੇ ਭਾਸ਼ਣਾਂ 'ਚੋਂ, ਟਿੱਪਣੀਆਂ 'ਚੋਂ ਵਿਚਾਰਾਂ ਨਜ਼ਰ ਆਉਂਦੀਆਂ ਸਨ। ਕਈ ਲੋਕਾਂ ਦਾ ਉਦੋਂ ਇਹ ਕਹਿਣਾ ਸੀ ਕਿ ਇਹ ਇੱਕ ਪ੍ਰਚਾਰ ਹੀ ਹੈ ਅਤੇ ਇਸ ਦਾ ਕੋਈ ਫਰਕ ਨਹੀਂ ਪੈਂਦਾ। ਸੋ ਜੇਕਰ ਉਹ ਜਿੱਤ ਵੀ ਜਾਂਦਾ ਤਾਂ ਉਸ ਤੋਂ ਬਾਅਦ ਜ਼ਰੂਰੀ ਨਹੀਂ ਕਿ ਉਹ ਉਸ ਨੂੰ ਲਾਗੂ ਕਰੇ। ਹੁਣ ਇੱਥੇ ਇੱਕ ਸਿਧਾਂਤਕ ਗੱਲ ਹੈ, ਇਹ ਹੈ ਕਿ ਜਦੋਂ ਉਹਨੇ ਜੋ ਪ੍ਰਚਾਰ ਕੀਤਾ, ਜਿਸ ਦੇ ਵਿੱਚ ਇੱਕ ਬਹੁਗਿਣਤੀਵਾਦ ਦਾ ਪੱਤਾ ਉਸਨੇ ਖੇਡਿਆ ਅਤੇ ਪੋਲਰਾਈਜੇਸ਼ਨ ਵੋਟਾਂ ਦੀ ਕੀਤੀ, ਉਸ ਤੋਂ ਬਾਅਦ ਟਰੰਪ ਜਿੱਤਿਆ। ਹੁਣ ਉਹ ਲਾਗੂ ਕਰਦਾ ਜਾਂ ਨਹੀਂ ਕਰਦਾ, ਇਹ ਵੱਖਰੀ ਗੱਲ ਹੈ। ਸਵਾਲ ਇਹ ਹੈ ਕਿ ਉਹ ਜਿੱਤਿਆ ਕਿੰਨਾ ਸਿਧਾਂਤਾਂ ਦੇ ਉੱਪਰ ਹੈ, ਕਿੰਨਾ ਵਿਚਾਰਾਂ ਦੇ ਉੱਪਰ ਹੈ, ਅਤੇ ਲੋਕਾਂ ਨੂੰ ਕਿਹੜੇ ਵਿਚਾਰ ਚੰਗੇ ਲੱਗੇ। ਜੇਕਰ ਉਸ ਦਾ ਇਹੋ ਜਿਹਾ ਪ੍ਰਚਾਰ ਕਿਤੇ ਟਰੰਪ ਹੈ, ਕਿਤੇ ਮੋਦੀ ਹੈ, ਜਾਂ ਦੁਨੀਆ ਦੇ ਜਿਸ ਕੋਨੇ ਦੇ ਵਿੱਚ ਹੈ, ਇੱਕ ਬਹੁਗਿਣਤੀਵਾਦ ਦਾ ਜਿਹੜਾ ਪੱਤਾ ਖੇਡ ਕੇ ਉਹ ਪ੍ਰਚਾਰ ਚੰਗਾ ਲੱਗਦਾ,
ਤਾਂ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਮਾਨਸਿਕਤਾ ਕੀ ਹੈ। ਜਿੱਤਿਆ ਉਹ ਜਿੰਨਾਂ ਗੱਲਾਂ ਕਰਕੇ ਹੈ, ਉਹ ਆਪਣੇ ਆਪ ਦੇ ਵਿੱਚ ਮੋਹਰ ਲਾਉਂਦੀਆਂ ਨੇ ਕਿ ਲੋਕਾਂ ਦੇ ਵਿੱਚ ਇਹ ਗੱਲ ਬਾਰ-ਬਾਰ ਪੈਦਾ ਹੋ ਰਹੀ ਹੈ। ਤੇ ਇਹ ਬਿਲਕੁਲ ਸਹੀ ਗੱਲ ਹੈ ਕਿ ਜੇ ਅਸੀਂ ਪੁਰਾਤਨ ਵੈਦਿਕ ਯੁੱਗ ਤੋਂ ਲੈ ਕੇ ਲਗਾਤਾਰ ਇੱਕ ਸ਼ਬਦ ਵਰਤਦੇ ਹਾਂ ਤੇ ਅੱਜ ਵੀ ਉਹ ਸਾਰਥਕ ਹੈ, ਯਥਾ ਰਾਜਾ ਤਥਾ ਪ੍ਰਜਾ। ਬਿਲਕੁਲ ਇਹ ਰਾਜਾ ਦੀ ਜਿਹੜੀ ਸੋਚ ਹੈ ਪ੍ਰਜਾ ਦੀ ਵੀ ਉਹੀ ਜਿਹੀ ਬਣਦੀ ਹੈ, ਤੇ ਪ੍ਰਜਾ ਦਾ ਜਿਸ ਤਰ੍ਹਾਂ ਦਾ ਝੁਕਾਅ ਹੈ ਰਾਜਾ ਉਹੋ ਜਿਹੀਆਂ ਨੀਤੀਆਂ ਨੂੰ ਫਿਰ ਆਪਣੇ ਮੁਫਾਦ ਦੇ ਲਈ ਵਰਤਦਾ। ਤੇ ਇਹ ਨੀਤੀਆਂ ਜਿਹੜੀਆਂ ਵਰਤ ਕੇ ਵੋਟਾਂ ਪਾਉਂਦੇ ਨੇ ਜਿਹੜੇ ਲੋਕ, ਉਹ ਇਸ ਪੋਲਰਾਈਜੇਸ਼ਨ ਨੂੰ ਕੈਨੇਡਾ, ਅਮਰੀਕਾ ਜਾਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਅਜਮਾਉਣ ਦੀ ਕੋਸ਼ਿਸ਼ ਕਰਦੇ ਨੇ। ਕਿਤੇ ਨਾ ਕਿਤੇ ਉਹ ਸਫਲ ਹੋਏ ਨੇ, ਕਈ ਥਾਵਾਂ 'ਤੇ ਅਜੇ ਸਫਲਤਾ ਨਹੀਂ ਮਿਲੀ। ਪਰ ਜਦੋਂ ਅਸੀਂ ਇਹੋ ਜਿਹੇ ਚਿੱਟੇ ਨਸਲਵਾਦ ਜਾਂ ਉੱਤਮਤਾ ਜਾਂ ਬੌਲਿਕਤਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਯੂਰਪ ਵੱਲ ਵੀ ਜਦੋਂ ਅਸੀਂ ਨਿਗਾਹ ਮਾਰਦੇ ਹਾਂ, ਅੱਜ ਦੀ ਤਾਰੀਖ ਦੇ ਵਿੱਚ ਇੰਗਲੈਂਡ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਬਿਆਨ ਪੜ੍ਹਦੇ ਹਾਂ, ਈਵਨ ਯੂਰਪ ਦੇ ਕਈ ਹੋਰ ਦੇਸ਼ਾਂ ਦੀ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਕਈ ਇਹੋ ਜਿਹੇ ਸਾਡੇ ਅੱਗੇ ਵਾਰ-ਵਾਰ ਮਿਸਾਲਾਂ ਉਦਾਹਰਨਾਂ ਮਿਲਦੀਆਂ ਨੇ ਜਿਨ੍ਹਾਂ 'ਚ ਸ਼ਰੇਆਮ ਆਮ ਵਿਚਰਦੇ ਲੋਕਾਂ ਦੇ ਅੰਦਰ ਵੀ ਇਹ ਅਹਿਸਾਸ ਹੁੰਦਾ ਹੈ ਕਿ ਇੱਕ ਸਿਸਟਮੈਟਿਕ ਨਸਲਵਾਦ ਜਿਹੜਾ ਹੈ, ਇਹ ਰੇਸਿਜ਼ਮ ਖਤਮ ਨਹੀਂ ਹੋਇਆ, ਲਗਾਤਾਰ ਵੱਧ ਰਿਹਾ ਹੈ। ਤੁਸੀਂ ਕੁਝ ਮੁੱਦੇ ਉਠਾਏ ਨੇ ਜਿਨ੍ਹਾਂ 'ਚ ਅਰਥਚਾਰੇ ਦੀ ਗੱਲ ਕੀਤੀ ਹੈ, ਨੌਕਰੀਆਂ ਦੀ ਗੱਲ ਕੀਤੀ ਹੈ, ਜਾਂ ਇਸ ਤਰ੍ਹਾਂ ਦਾ ਕੋਈ ਨੀਤੀ ਅਪਣਾਉਣ ਦੀ ਗੱਲ ਕੀਤੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਪੱਧਰ 'ਤੇ ਜਿਵੇਂ ਨੀਤੀਆਂ ਇਹ ਬਣਨੀਆਂ ਚਾਹੀਦੀਆਂ, ਉਸ ਬਾਰੇ ਕੋਈ ਜਨਤਕ ਰਾਏ ਦੇਸ਼ਾਂ ਦੀ ਕੌਮਾਂਤਰੀ ਪੱਧਰ 'ਤੇ ਬਣ ਰਹੀ ਹੈ, ਜਾਂ ਫਿਰ ਨਿੱਕੇ ਮੋਟੇ ਕਦਮ ਹੀ ਚੁੱਕੇ ਜਾ ਰਹੇ ਨੇ? ਦੇਖੋ ਅਜੇ ਤੱਕ ਤਾਂ ਫਿਲਹਾਲ ਨਿੱਕੇ ਮੋਟੇ ਕਦਮ ਹੀ ਚੁੱਕੇ ਜਾ ਰਹੇ। ਜਿਵੇਂ ਮਿਸਾਲ ਤੌਰ 'ਤੇ ਯੂਰਪ 'ਚ ਅਸੀਂ ਵੇਖਿਆ, ਬਾਕੀ ਥਾਵਾਂ 'ਤੇ ਪੋਪੂਲਿਜ਼ਮ ਬੜਾ ਵਧਿਆ। ਪੋਪੂਲਿਜ਼ਮ ਦਾ ਮਤਲਬ ਹੁੰਦਾ ਕਿ ਤੁਸੀਂ ਇਹੋ ਜਿਹੀ ਲੋਕਾਂ ਦੀ ਮਾਨਸਿਕਤਾ, ਇਹ ਸਮਝੋ ਕਿ ਲੋਕੀ ਭੇਡਾਂ ਵਾਂਗੂ ਨੇ। ਸੋ ਉਹਨਾਂ ਦੀ ਭੇਡ ਚਾਲ ਨੂੰ ਵੇਖ ਕੇ ਉਸ ਤੋਂ ਤੁਸੀਂ ਦੇਖ ਲਓ ਕਿ ਲੋਕਾਂ ਦੀ ਤਬੀਅਤ ਕਿਹੋ ਜਿਹੀ ਹੈ, ਫਿਰ ਉਹੋ ਜਿਹੀ ਪੋਲਿਟਿਕਸ ਚਲਾਓ, ਜਾਂ ਇੱਕ ਇਹੋ ਜਿਹੀ ਪੋਲਿਟਿਕਸ ਚਲਾਓ ਜਿਹਦੇ ਨਾਲ ਉਹ ਤਬੀਅਤ ਜਿਹੜੀ ਹੈ ਉਸ ਤਰ੍ਹਾਂ ਦੀ ਬਣ ਜਾਵੇ ਔਰ ਲੋਕ ਤੁਹਾਨੂੰ ਵੋਟਾਂ ਪਾ ਲੈਣ। ਇਹਨੂੰ ਕਹਿੰਦੇ ਪੋਪੂਲਿਜ਼ਮ। ਮਤਲਬ ਲੋਕਪ੍ਰਿਯਤਾ ਲੈਣ ਦੇ ਨਾਂ 'ਤੇ, ਲੋਕਪ੍ਰਿਯ ਹੋਣ ਦੇ ਨਾਂ 'ਤੇ ਤੁਸੀਂ ਇਹੋ ਜਿਹੀ ਸਿਆਸਤ ਖੇਡੋ ਜਿਹੜੀ ਲੋਕਾਂ ਨੂੰ ਕੀ ਲਵੇ, ਰਾਸ਼ਟਰਵਾਦ ਦੇ ਨਾਂ 'ਤੇ, ਨਸਲਵਾਦ ਦੇ ਨਾਂ 'ਤੇ, ਤੁਹਾਡੀ ਆਪਣੀ ਨਸਲ, ਆਪਣੀ ਪਛਾਣ ਦੇ ਨਾਂ 'ਤੇ। ਸੋ ਇਸ ਕਿਸਮ ਦੀ ਪੋਲਿਟਿਕਸ ਚੱਲ ਰਹੀ ਹੈ। ਉਹ ਵਰਤਾਰਾ ਇਕੱਲਾ ਉੱਤਰੀ ਅਮਰੀਕਾ 'ਚ ਨਹੀਂ ਗਾ, ਯੂਰਪ 'ਚ ਵੀ ਹੈ। ਅਸੀਂ ਵੇਖਿਆ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਪਿੱਛੇ ਬਣੇ ਰਹੇ ਨੇ। ਪਿੱਛੇ ਕੁਝ ਚੋਣਾਂ ਵੇਲੇ ਜਿਹੜੀਆਂ ਹੋਈਆਂ ਯੂਰਪ 'ਚ, ਉੱਥੇ ਵੀ ਇਸ ਕਿਸਮ ਦੀ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਗਈ। ਉਹ ਗੱਲ ਵੱਖਰੀ ਕਿ ਕੁਝ ਥਾਵਾਂ 'ਤੇ ਉਹਨਾਂ ਨੂੰ ਕਾਮਯਾਬੀ ਮਿਲੀ, ਕੁਝ 'ਤੇ ਬਿਲਕੁਲ ਨਹੀਂ ਮਿਲੀ। ਕੁਝ 'ਤੇ ਲੋਕਾਂ ਨੇ ਮੂੰਹ ਨਹੀਂ ਲਾਇਆ ਉਹਨਾਂ ਨੂੰ। ਸਾਡੇ ਕੈਨੇਡਾ 'ਚ ਹੋ ਚੁੱਕਿਆ, ਜਿਹੜੀ ਪਿਛਲੀਆਂ ਚੋਣਾਂ ਹੋਈਆਂ ਉਸ ਵਿੱਚ PPC ਨੇ ਜਿਸ ਤਰ੍ਹਾਂ ਦੀ ਪੋਲਿਟਿਕਸ ਖੇਡੀ ਸਾਰੀ ਦੁਨੀਆ ਜਾਣਦੀ ਹੈ। ਇਹਨਾਂ ਦਾ ਇਹ ਕੰਮ ਇਹ ਹੈ ਕਿ ਇਸ ਤਰ੍ਹਾਂ ਦਾ ਜਿਹੜੀ ਬਦਅਮਨੀ ਹੈ, ਬੇਚੈਨੀ ਭਾਈਚਾਰੇ 'ਚ ਹੈ, ਜਾਂ ਮਤਲਬ ਲੋਕਾਂ ਦੇ ਵਿੱਚ ਜਿਹੜੀ ਇੱਕ ਖਾਸ ਕਿਸਮ ਦੀ ਇਨਸਿਕਿਉਰਿਟੀ ਹੈ, ਅਸੁਰੱਖਿਆ ਦੀ ਭਾਵਨਾ, ਉਹਦਾ ਕਿਵੇਂ ਫਾਇਦਾ ਲੈਣਾ। ਦੁਸ਼ਮਣ ਘਾੜ ਦਿੰਦੇ ਨੇ, ਉਹਨਾਂ ਨੂੰ ਦੱਸ ਦਿੰਦੇ ਨੇ ਕਿ ਇਹਨਾਂ ਕਰਕੇ ਨੁਕਸਾਨ ਹੋ ਰਿਹਾ, ਜਦੋਂ ਕਿ ਨੁਕਸਾਨ ਤੁਹਾਡੇ ਆਪਣੇ ਅਰਥਚਾਰੇ ਦੇ ਵਿੱਚ ਕਮੀਆਂ ਕਰਕੇ ਹੋਇਆ, ਤੁਹਾਡੀ ਆਪਣੀ ਪਾਲਿਸੀਆਂ ਕਰਕੇ ਹੋਇਆ। ਡਿਲੀਵਰ ਤੁਸੀਂ ਕੁਝ ਕਰ ਨਹੀਂ ਸਕਦੇ ਅਤੇ ਉਹੋ ਜਿਹੀ ਪੋਲਿਟਿਕਸ ਲਾ ਲਓ। ਸੋ ਇਹ ਚੁਣੌਤੀਆਂ ਰਹਿਣਗੀਆਂ। ਸੋ ਉਹ ਹੁਣ ਜਿਵੇਂ ਜੋ ਬਾਈਡਨ ਉੱਥੇ ਰਾਜ ਕਰ ਰਹੇ ਨੇ ਇਸ ਟਾਈਮ, ਠੀਕ ਹੈ, ਡੈਮੋਕ੍ਰੇਟਾਂ ਦਾ ਰਾਜ ਹੈਗਾ, ਪਰ ਉਹਨਾਂ ਨੂੰ ਇਸ ਸਮੱਸਿਆ ਦੀ ਡੂੰਘਾਈ ਤੱਕ ਜਾਣਾ ਪਊਗਾ। ਜਿਵੇਂ ਤੁਸੀਂ ਹੁਣ ਢਾਂਚਾਗਤ ਨਸਲਵਾਦ ਵੱਲ ਇਸ਼ਾਰਾ ਕੀਤਾ, ਉਹ ਸਮੱਸਿਆ ਦੀ ਜੜ। ਇੱਕ ਤਾਂ ਨਸਲਵਾਦ ਜਿਹੜਾ ਕਿ ਬੜਾ ਇਮਾਨਦਾਰ ਅਤੇ ਨੰਗਾ ਚਿੱਟਾ, ਜਿਹੜਾ ਕਿ ਕਿਸੇ ਵਿਅਕਤੀ ਨੂੰ ਉਸਦੀ ਜ਼ਾਤ ਜਾਂ ਨਸਲ ਕਰਕੇ ਗਾਲ ਵੀ ਕੱਢਦਾ ਜਾਂ ਉਸ 'ਤੇ ਹਮਲਾ ਕਰਦਾ, ਉਹਨੂੰ ਅਸੀਂ ਇੱਕ ਆਮ ਜਿਹਾ ਨਸਲਵਾਦ ਮੰਨਦੇ ਹਾਂ। ਢਾਂਚਾਗਤ ਨਸਲਵਾਦ ਤੇ ਸਮੱਸਿਆ ਇਹੋ ਜਿਹੀ ਜਿਹੜੀ ਕਿ ਨਜ਼ਰ ਨਹੀਂ ਆਉਂਦੀ, ਉਹ ਤਾਂ ਪਾਲਿਸੀਆਂ ਦੇ ਵਿੱਚੋਂ ਚੈਨਲਾਈਜ਼ ਹੁੰਦੀ ਹੈ। ਫੋਰ ਐਗਜ਼ਾਮਪਲ, ਜਿੱਥੇ ਸਿਆਹ ਨਸਲ ਦੇ ਲੋਕ ਬਹੁਤ ਗਿਣਤੀ 'ਚ ਰਹਿੰਦੇ ਨੇ, ਉੱਥੇ ਪੂਰੀਆਂ ਮੈਡੀਕਲ ਸਹੂਲਤਾਂ ਨਹੀਂ ਹੋਣਗੀਆਂ, ਉੱਥੇ ਖੁਰਾਕ ਸਾਧਨ ਵਧੀਆ ਨਹੀਂ ਹੋਣਗੇ, ਸਕੂਲ ਵਧੀਆ ਨਹੀਂ ਹੋਣਗੇ, ਜਦੋਂ ਕਿ ਗੋਰਿਆਂ ਦੇ ਇਲਾਕੇ ਵਿੱਚ ਸਕੂਲ ਵੀ ਵਧੀਆ ਹੋਣਗੇ, ਮੈਡੀਕਲ ਪ੍ਰਬੰਧ ਵੀ ਵਧੀਆ ਹੋਣਗੇ। ਇਹਨੂੰ ਕਹਿੰਦੇ ਢਾਂਚਾਗਤ ਨਸਲਵਾਦ, ਜਿਹੜਾ ਤੁਹਾਨੂੰ ਇਸ ਤਰ੍ਹਾਂ ਸਧਾਰਨ ਨਜ਼ਰ ਨਹੀਂ ਆਉਂਦਾ, ਪਰ ਤੁਸੀਂ ਇਸ ਨੂੰ ਮਹਿਸੂਸ ਕਰ ਸਕਦੇ ਹੋ ਲੰਮੇ ਸਮੇਂ ਤੱਕ। ਉਹ ਪਾਲਿਸੀਆਂ ਦੇ ਰਾਹੀਂ ਚੈਨਲਾਈਜ਼ ਹੁੰਦਾ। ਸੋ ਉਹ ਜਿਹੜਾ ਚੱਲ ਰਿਹਾ, ਉਸ ਕਰਕੇ ਚੱਲ ਰਿਹਾ ਕਿਉਂਕਿ ਜਿਹੜੇ ਲੋਕ ਨੀਤੀ ਘਾੜੇ ਨੇ, ਉਹਨਾਂ ਦੇ ਵਿੱਚ ਇਹ ਗੱਲ ਗ੍ਰਸ ਚੁੱਕੀ ਹੈ ਕਿ ਅਸੀਂ ਨਸਲ ਪੱਖੋਂ ਇਹਨਾਂ ਲੋਕਾਂ ਤੋਂ ਮਤਲਬ ਕਿਧਰੇ ਜ਼ਿਆਦਾ ਉੱਚੇ ਹਾਂ। ਅਸੀਂ ਸਾਡੇ ਕੋਲ ਇਖਤਿਆਰ ਹੈ ਕਿ ਅਸੀਂ ਦਾਬਾ ਆਪਣਾ ਰੱਖੀਏ, ਜਾਂ ਇਹ ਜਿਹੜੇ ਲੋਕ ਨੇ ਇਹ ਪੈਰਾਂ ਦੀ ਜੁੱਤੀ ਵਰਗੇ ਨੇ। ਇਹੋ ਜਿਹੇ ਲੋਕਾਂ ਕੋਲ ਤਾਕਤ ਹੈ ਜਿਹੜੇ ਪਾਲਿਸੀਆਂ ਚਲਾ ਰਹੇ, ਜਿਹਦੇ ਕਰਕੇ ਇਹੋ ਜਿਹੀ ਚੀਜ਼ਾਂ ਅਸੀਂ ਵੇਖ ਰਹੇ ਹਾਂ। ਕੈਨੇਡਾ ਵਿੱਚ ਵੀ ਮਿਸਾਲਾਂ ਨੇ ਸਾਡੇ ਕੋਲ। ਹੁਣ ਅੱਜ ਕੱਲ੍ਹ ਜਿਵੇਂ ਪਰਿਵਾਰਿਕ ਡਾਕਟਰਾਂ ਦੀ ਘਾਟ ਪੈਦਾ ਹੋ ਗਈ ਹੈ, ਉਸ ਦਾ ਖਿਮਾਜਾ ਸਭ ਤੋਂ ਵੱਧ ਮੂਲ ਵਾਸੀਆਂ ਨੂੰ ਭੁਗਤਣਾ ਪੈ ਰਿਹਾ। ਮੂਲ ਵਾਸੀਆਂ ਦੇ ਇਲਾਕੇ 'ਚ ਕਈ ਥਾਵਾਂ 'ਤੇ ਹਸਪਤਾਲ ਵੀ ਹੈ ਨਹੀਂ ਚੱਜ ਦੇ, ਉਹਨਾਂ ਨੂੰ ਦੂਸਰੇ ਇਲਾਕਿਆਂ ਵਿੱਚ ਜਾ ਕੇ ਇਲਾਜ ਲੈਣਾ ਪੈਂਦਾ। ਇਹਨੂੰ ਕਹਿੰਦੇ ਢਾਂਚਾਗਤ ਨਸਲਵਾਦ। ਇਹ ਸਮੱਸਿਆ ਦੀ ਜੜ ਹੈ ਕਿਉਂਕਿ ਇਹ ਉਹ ਨੀਤੀ ਘਾੜਿਆਂ ਦੇ ਹੱਥ ਵਿੱਚ ਹੈ। ਹੁਣ ਜਿਹੜੇ ਨੀਤੀ ਘਾੜੇ ਦੇ ਪਾਲਿਸੀਆਂ ਇਹੋ ਜਿਹੀਆਂ ਬਣਾ ਰਹੇ ਆ, ਉਹਦੇ ਚਲਦਿਆਂ ਕੀ ਹੁੰਦਾ ਕਿ ਇਹ ਵੀ ਗਦੀ ਗੇੜਾ, ਜੇ ਪਾਲਿਸੀਆਂ ਬਣ ਗਈਆਂ, ਪਾਲਿਸੀਆਂ ਦੇ ਚਲਦਿਆਂ ਇੱਕ ਸਗਣੀ ਵਸੋਂ ਵਾਲਾ ਇਲਾਕਾ ਸਿਆਹ ਨਸਲ ਦੇ ਲੋਕਾਂ ਦਾ, ਜਿੱਥੇ ਪੂਰੀਆਂ ਸੁਵਿਧਾਵਾਂ ਨਹੀਂ, ਫਿਰ ਹੋ ਸਕਦਾ ਕਿ ਉੱਥੇ ਗੁਰਬਤ ਦੇ ਕਰਕੇ ਲੋਕ ਅਪਰਾਧ ਵੀ ਕਰਨਗੇ, ਜੁਰਮ ਵੀ ਕਰਨਗੇ। ਫਿਰ ਇੱਕ ਧਾਰਨਾ ਬਣ ਜਾਏਗੀ, ਮਨੌਤ ਬਣ ਜਾਏਗੀ ਕਿ ਕਾਲੇ ਲੋਕ ਜਿਹੜੇ ਜੁਰਮ ਕਰਦੇ ਆ।
ਫਿਰ ਉਸ ਦਾ ਜਿਹੜਾ ਉਹਨਾਂ ਲੋਕਾਂ ਦਾ ਕਤਲ ਜਾਂ ਉਹਨਾਂ 'ਤੇ ਹਮਲਾ ਹੁੰਦਾ, ਉਸ ਦੇ ਵੀ ਬਲੇਮ ਉਹਨਾਂ 'ਤੇ ਸੁੱਟ ਦਿਓ ਕਿ ਇਹ ਹਿੰਸਾ ਕਰਦੇ, ਇਹ ਚੋਰੀ ਕਰਦੇ, ਇਹ ਡਾਕੇ ਮਾਰਦੇ ਆ। ਉਹ ਜੇ ਚੋਰੀ ਡਾਕੇ ਕਰਦੇ ਮਾਰਦੇ ਵੀ ਨੇ ਤਾਂ ਕਿਉਂ ਮਾਰਦੇ ਹੋ? ਕਿਉਂਕਿ ਗੁਰਬਤ ਕਰਕੇ। ਗੁਰਬਤ ਕਿਹਨੇ ਪੈਦਾ ਕੀਤੀ ਹੈ? ਉਹਨਾਂ ਨੇ ਆਪਣੀ ਇੱਛਾ ਅਨੁਸਾਰ ਤਾਂ ਗੁਰਬਤ ਪੈਦਾ ਨਹੀਂ ਕੀਤੀ, ਉਹ ਤਾਂ ਤੁਸੀਂ ਪੈਦਾ ਕੀਤੀ ਹੈ। ਦੂਰ ਤੁਸੀਂ ਕਰੋ ਉਸ ਚੀਜ਼ ਨੂੰ। ਸੋ ਕਹਿਣ ਦਾ ਮਤਲਬ ਇਸ ਤਰੀਕੇ ਨਾਲ ਇਹ ਗੱਲਾਂ ਆਪਸ ਵਿੱਚ ਗਹਿ ਕੱਚਦੀਆਂ ਬੜੀਆਂ। ਸੋ ਪੇਤਲੀ ਨਜ਼ਰੇ ਨਸਲਵਾਦ ਨੂੰ ਲੈ ਕੇ ਉਸ 'ਤੇ ਗੱਲ ਕਰਨੀ, ਬਿਆਨ ਦੇਣੇ ਬਹੁਤ ਸੌਖੇ ਆ। ਜਿਵੇਂ ਆਹ ਨੌਜਵਾਨ ਦੀ ਵੀ ਗੱਲ ਹੈ, ਤੁਸੀਂ ਸਾਰਾ ਕੁਝ ਠੀਕਰਾ ਪਾਉਂਦੇ ਹੋ, ਉਸ ਤੋਂ ਬਾਅਦ ਆਰਾਮ ਨਾਲ ਘੁੰਮ ਕਰੀ ਨੀਂਦ ਸੌਂ ਜਾਓ। ਫਿਰ ਕੁਛ ਸਾਲਾਂ ਬਾਅਦ ਫਿਰ ਕੋਈ ਨੌਜਵਾਨ ਉੱਠੂਗਾ, ਫਿਰ ਇਸ ਤਰ੍ਹਾਂ 10-15 ਕਾਲੇ ਮਾਰ ਦੂਗਾ, ਅਸੀਂ ਫਿਰ ਉਸ ਨੂੰ ਫੜ ਕੇ ਅੰਦਰ ਦੇ ਦਾਂਗੇ, 2-4 ਬਿਆਨ ਦੇ ਦਾਂਗੇ, ਫਿਰ ਆਪਾਂ ਘੁੰਮ ਕਰਨੀ ਨੀਂਦ ਸੌਂ ਜਾਵਾਂਗੇ। ਉਹ ਮਸਲੇ ਦਾ ਹੱਲ ਨਹੀਂ ਗਾ। ਸਾਨੂੰ ਲੱਭਣਾ ਪੈਣਾ ਕਿ ਕਿਹੜੇ ਲੋਕ ਨੇ ਜਿਹੜੇ ਇਹਨਾਂ 'ਤੇ ਉਹੋ ਜਿਹੇ ਵਿਚਾਰਾਂ ਦੀ ਪਾਣ ਚਾੜ ਰਹੇ ਆ ਬੜੇ ਔਰਗਨਾਈਜ਼ਡ ਢੰਗ ਦੇ ਨਾਲ, ਸੋਸ਼ਲ ਮੀਡੀਆ 'ਤੇ ਜਾਂ ਵੈਬਸਾਈਟਾਂ 'ਤੇ। ਇੱਥੋਂ ਤੱਕ ਇਹ ਵੀ ਗੱਲ ਸਾਹਮਣੇ ਆਈ ਕਿ ਕਈ ਲੋਕਾਂ ਨੇ ਬਹੁਤ ਮਿਹਨਤ ਕਰਕੇ ਗੱਲ ਸਿੱਧ ਕੀਤੀ ਆ ਕਿ ਫੇਸਬੁੱਕਾਂ ਦੇ ਉੱਤੇ ਜਿਵੇਂ ਦਾਅਵਾ ਬੜਾ ਕੀਤਾ ਗਿਆ ਫੇਸਬੁੱਕ ਵੱਲੋਂ ਕਿ ਅਸੀਂ ਜਿਹੜਾ ਨਫ਼ਰਤੀ ਪ੍ਰਚਾਰ ਹੈ ਉਸ ਦੀ ਰੋਕਥਾਮ ਲਈ ਕਦਮ ਚੁੱਕ ਰਹੇ, ਜਦੋਂ ਕਿ ਉਹ ਦਾਅਵਿਆਂ ਦੀ ਫੂਕ ਕੱਢ ਦਿੱਤੀ ਗਈ। ਪੜਤਾਲ ਕਰਨ ਤੋਂ ਬਾਅਦ ਇਹ ਤੈਅ ਹੋਇਆ, ਇਹ ਲੱਭਿਆ ਗਿਆ ਕਿ ਅਸੀਂ ਉਹਨਾਂ ਨੂੰ ਪੈਸੇ ਦੇ ਕੇ ਜਿਸ ਤਰ੍ਹਾਂ ਦਾ ਮਰਜ਼ੀ ਇਸ਼ਤਿਹਾਰ ਛਪਵਾ ਸਕਦੇ ਹਾਂ, ਜਿਸ 'ਚ ਨਫ਼ਰਤੀ ਪ੍ਰਚਾਰ ਵੀ ਹੋਊਗਾ, ਕਿਸੇ ਘੱਟ ਗਿਣਤੀ ਭਾਈਚਾਰੇ ਦੇ ਖਿਲਾਫ ਜ਼ਹਿਰ ਵੀ ਉਗਲੀ ਜਾਵੇ। ਉਹਨਾਂ ਨੇ ਕੋਈ ਤੁਹਾਡੇ 'ਤੇ ਰੋਕ ਨਹੀਂ ਲਾਈ ਹੋਈ। ਉਹ ਸਿਰਫ ਉੱਥੇ ਹਰਕਤ ਚਾਹੁੰਦੇ ਆ ਜਿੱਥੇ ਕੋਈ ਵੱਡੀ ਸਰਕਾਰ ਦੀ ਡਾਂਗ ਚੜ੍ਹ ਜਾਵੇ, ਅਦਰਵਾਈਜ਼ ਉਹਨਾਂ ਲਈ ਹਾਊ ਪਰੇ ਵਾਲੀ ਪਹੁੰਚ ਹੀ ਹੈ। ਸੋ ਇਸ ਕਰਕੇ ਸਾਨੂੰ ਸਾਰੇ ਫਰੰਟ 'ਤੇ ਕੰਮ ਕਰਨਾ ਪੈਣਾ। ਆਰਥਿਕ ਕਾਰਨ, ਸਿਆਸੀ ਕਾਰਨ, ਸਮਾਜਿਕ ਕਾਰਨ, ਉਸ ਤੋਂ ਇਲਾਵਾ ਜਿਹੜੀਆਂ ਆਹ ਸਮੱਸਿਆਵਾਂ ਨੇ ਕਿ ਕਿਵੇਂ ਆਰਗੇਨਾਈਜ਼ ਹੋਏ ਆ, ਕਿਵੇਂ ਆਪਣਾ ਕੰਮ ਕਰ ਰਹੇ, ਉਸ ਦੀ ਰੋਕਥਾਮ, ਸਾਰੇ ਫਰੰਟ 'ਤੇ ਕੰਮ ਕਰਨਾ ਪਊਗਾ। ਜਿਹੜਾ ਸਿਧਾਂਤਕ ਨੁਕਤਿਆਂ ਦੀ ਵਿਚਾਰ ਜਾਂ ਉਸ 'ਤੇ ਕੋਈ ਥੀਸਿਸ ਉਸਾਰ ਕੇ ਅਸੀਂ ਕਿਸੇ ਸਮੱਸਿਆ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਦੀ ਬਰੀਕੀ ਦੇ ਵਿੱਚ ਬਹੁਤ ਸਾਰੇ ਨੁਕਤੇ ਹੁੰਦੇ ਨੇ ਜਿਹੜੇ ਆਮ ਘਟਨਾਵਾਂ ਨੂੰ ਦੇਖ ਕੇ ਸਾਡੇ ਜ਼ਿਹਨ 'ਚ ਨਹੀਂ ਆਉਂਦੇ। ਉਦਾਹਰਨ ਵਜੋਂ ਨਸਲਵਾਦ ਦੀ ਬਫਲੋ ਦੇ ਵਿੱਚ ਵਾਪਰੀ ਇਸ ਘਟਨਾ ਨੂੰ ਇੱਕ ਵਿਅਕਤੀ ਦੇ ਵੱਲੋਂ ਸਿਆਹ ਭਾਈਚਾਰਿਆਂ ਦੇ ਉਹ ਭਾਈਚਾਰੇ ਦੇ ਲੋਕਾਂ ਉੱਪਰ ਕੀਤੇ ਹਮਲੇ ਤੇ ਉਹਨਾਂ ਦੀ ਜਾਨ ਲੈਣ ਦੀ ਘਟਨਾ ਤੇ ਫਾਂਸੀ ਦੀ ਮੰਗ ਤੇ ਉਸ ਦਾ ਖਾਤਮਾ ਕਰਕੇ ਕਹਾਣੀ ਨਹੀਂ ਮੁੱਕਦੀ। ਹੁਣ ਇਸ ਦੇ ਵਿੱਚ ਇੱਕ ਨੁਕਤਾ ਕਿ ਹਕੂਮਤ ਜਿਹੜੀ ਹੈ ਕਿਸ ਤਰ੍ਹਾਂ ਦੀ ਨੀਤੀ ਬਣਾਉਂਦੀ ਹੈ, ਜਾਂ ਅਸੀਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਪੋਲਰਾਈਜੇਸ਼ਨ, ਧਰੁਵੀਕਰਨ ਜਿਹੜਾ ਹੈ, ਉਸ ਦੇ ਲਈ ਵੋਟਾਂ ਦਾ ਧਰੁਵੀਕਰਨ ਹੈ। ਸਰਕਾਰ ਨੇ ਜਿਹੜੀ ਸਰਕਾਰ ਬਣਾਉਣੀ ਹੈ ਉਹ ਪ੍ਰਚਾਰ ਕਿਸ ਤਰ੍ਹਾਂ ਦਾ ਕਰਦਾ ਹੈ। ਅਮਰੀਕਾ ਦੇ ਵਿੱਚ ਟਰੰਪ ਜਾਂ ਬਾਕੀ ਦੁਨੀਆ ਦੇ ਵਿੱਚ ਹੋਰ ਵੀ ਅਨੇਕਾਂ ਮਿਸਾਲਾਂ ਨੇ ਜਿਨ੍ਹਾਂ ਨੂੰ ਅਸੀਂ ਇਸੇ ਨੀਤੀ ਦੇ ਅਧੀਨ ਵਿਚਾਰਦੇ ਹਾਂ ਅਤੇ ਇਹਦਾ ਪ੍ਰਭਾਵ ਯੂਰਪ ਜਾਂ ਕੈਨੇਡਾ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਦੂਸਰੀ ਗੱਲ ਸਿਸਟਮੈਟਿਕ ਰੇਸਿਜ਼ਮ, ਇਹ ਇੱਕ ਢਾਂਚਾਗਤ ਨਸਲਵਾਦ ਨੂੰ ਵੀ ਅਸੀਂ ਓਨੀ ਬਰੀਕੀ ਨਾਲ ਨਹੀਂ ਸਮਝਦੇ ਜਿੰਨਾ ਇਹ ਹੈ। ਜੇ ਕੈਨੇਡਾ ਦੇ ਵਿੱਚ RCMP ਦੇ ਵਿੱਚ ਵੀ ਢਾਂਚਾਗਤ ਨਸਲਵਾਦ ਦੀ ਗੱਲ ਚੱਲਦੀ ਹੈ ਜਾਂ ਇੱਥੇ ਵੱਡੇ ਵੱਡੇ ਅਦਾਰਿਆਂ 'ਚ ਚੱਲਦੀ ਹੈ। ਹੁਣ ਜਿਹੜੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ ਉਹ ਜਿੱਥੇ ਜਿੱਥੇ ਕੰਮ ਕਰਦੇ ਨੇ, ਕਈ ਵਾਰ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਸਿੱਧੇ ਤੌਰ 'ਤੇ ਸਾਡਾ ਰੰਗ ਕੋਈ ਹੋਣ ਕਾਰਨ, ਸਾਡਾ ਪਹਿਰਾਵਾ ਕੋਈ ਹੋਣ ਕਾਰਨ, ਵੱਖਰਾ ਹੋਣ ਕਾਰਨ ਸਾਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਸਾਨੂੰ ਕਈ ਵਾਰੀ ਝਲਕਦਾ ਵੀ ਨਹੀਂ। UBC ਜਾਂ ਕੁਝ ਇੱਕ ਵਿਦਿਅਕ ਅਦਾਰਿਆਂ ਨੇ ਪਿੱਛੇ ਜੇ ਸਟੱਡੀ ਵੀ ਕੀਤੀ ਸੀ, ਕਈਆਂ ਦੇ ਨਾਮਾਂ ਤੋਂ ਹੀ ਇਹ ਪਰਖ ਲਿਆ ਜਾਂਦਾ ਸੀ ਕਿ ਇਹ ਜਿਹੜੇ ਨਾਮ ਨੇ, ਇਹਨਾਂ ਨਾਮਾਂ ਤੋਂ ਲੱਗਦਾ ਹੈ ਕਿ ਇਹ ਨਾਮ ਕੁਝ ਵੱਖਰੇ ਨੇ ਜਿਨ੍ਹਾਂ ਕਾਰਨ ਉਹਨੂੰ ਕੱਢ ਦਿੱਤਾ ਜਾਂਦਾ ਸੀ। ਜਿਵੇਂ ਕਿ ਜੇ ਸਿੱਖ ਪਰਿਵਾਰਾਂ ਦੇ ਤਾਂ ਸਿੰਘ ਅਤੇ ਕੌਰ ਤਾਂ ਸਿੱਧਾ ਹੀ ਇਸ ਗੱਲ ਦੀ ਜ਼ਾਹਰਾ ਤੌਰ 'ਤੇ ਪ੍ਰਤੀਕ ਨੇ, ਅਤੇ ਉਸ ਵੇਲੇ ਜਦੋਂ ਉਹ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ, ਚਾਹੇ ਉਹ ਕੋਈ ਨੌਕਰੀਆਂ ਦਾ ਖਿੱਤਾ ਹੈ, ਚਾਹੇ ਉਹ ਐਡਮਿਸ਼ਨ ਦਾ ਖਿੱਤਾ ਹੈ, ਜਾਂ ਈਵਨ ਤੁਸੀਂ ਕਿਸੇ ਹੋਰ ਸੇਵਾਵਾਂ ਦੇ ਵਿੱਚ ਜਾਂਦੇ ਹੋ ਤਾਂ ਇਹ ਸਾਹਮਣੇ ਹੈ। ਪਿੱਛੇ ਜੇ ਵੈਟਰਨਰੀ ਡਾਕਟਰਾਂ ਦੇ ਨਾਲ ਤਾਂ ਇਹ ਸ਼ਰੇਆਮ ਹੀ ਹੋਇਆ ਜਦੋਂ ਉਹਨਾਂ ਨੂੰ ਭਾਸ਼ਾਈ ਉਚਾਰਨ ਦੇ ਪੱਖੋਂ ਜਿਸ ਤਰੀਕੇ ਨਾਲ ਜਲੀਲ ਕੀਤਾ ਗਿਆ, ਅੰਗਰੇਜ਼ੀ ਦੇ ਉਚਾਰਨ ਦੇ ਆਧਾਰ 'ਤੇ ਇਹ ਕਿਹਾ ਗਿਆ ਕਿ ਇਹ ਲੋਕ ਜਿਹੜੇ ਆ, ਇਹਨਾਂ ਦੀ ਜ਼ੁਬਾਨ ਜਾਂ ਇਹਨਾਂ ਦਾ ਉਚਾਰਨ ਇਹ ਨਹੀਂ ਹੈ, ਅਤੇ ਅੰਤ ਇਸ ਗੱਲ 'ਤੇ ਨਿਬੜਿਆ ਕਿ ਉਹ ਵੀ ਇੱਕ ਨਸਲਵਾਦੀ ਵਰਤਾਰਾ ਸੀ। ਇਹ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਹਿੱਸੇ ਨੇ ਅਤੇ ਕਮਾਲ ਹੈ ਗੁਰਪ੍ਰੀਤ ਸਿੰਘ ਜੀ, ਕਈ ਵਾਰੀ ਅਸੀਂ ਮਹਿਸੂਸ ਕਰਦੇ ਨਹੀਂ ਸਭ ਕੁਝ ਠੀਕ ਹੈ ਜੀ, ਦੇਖੋ ਫਲਾਨਾ ਜਿਹੜਾ ਗੋਰਾ ਵਿਅਕਤੀ ਕਿੰਨੇ ਪਿਆਰ ਨਾਲ ਮਿਲਿਆ, ਚੰਗੀ ਗੱਲ ਹੈ, ਉਹਦਾ ਸਤਿਕਾਰ ਕਰੋ। ਪਰ ਜਿਹੜੇ ਢਾਂਚੇ ਦੇ ਵਿੱਚ ਜੋ ਚੱਲਦਾ, ਜਦੋਂ ਕਹਿੰਦੇ ਰਾਹ ਪਿਆ ਜਾਣੀ ਹੈ ਕਿ ਬਾਹ ਪਿਆ ਜਾਣੀ ਹੈ, ਜਿਨ੍ਹਾਂ ਨਾਲ ਬਾਹ ਪੈਂਦਾ ਉਹ ਫਿਰ ਦੱਸਦੇ ਆ ਕਿ ਨਹੀਂ ਸਭ ਕੁਝ ਠੀਕ ਨਹੀਂ ਹੈ, ਅਸੀਂ 20 ਸਾਲ ਉੱਥੇ ਕੰਮ ਕੀਤਾ, ਹੁਣ ਅਸੀਂ ਦੱਸ ਰਹੇ ਹਾਂ। ਅਤੇ ਆ ਜਗਮੀਤ ਸਿੰਘ ਵਰਗੇ ਜਿਹੜੇ ਈਵਨ ਨੈਸ਼ਨਲ ਨੇਤਾ ਬਣ ਗਏ, ਆਏ ਦਿਨ ਨਸਲਵਾਦ ਜੇ ਇਹ ਲੋਕ ਹੰਢਾ ਰਹੇ ਨੇ ਤਾਂ ਸਾਰਾ ਆਲਾ ਦੁਆਲਾ ਜਿਹੜਾ ਹੈ ਇਸ ਦਾ ਪ੍ਰਭਾਵ ਨਜ਼ਰ ਆ ਰਿਹਾ। ਇਹੀ ਤਾਂ ਗੱਲਾਂ ਸਮਝਣ ਵਾਲੀਆਂ ਨਾ। ਕਈ ਵਾਰੀ ਸਾਡੇ ਜਿਹੜੇ ਮੀਡੀਆ ਕਰਮੀ ਸਾਥੀ ਵੀ ਇਸ ਗੱਲ ਨੂੰ ਲੈ ਕੇ ਸਵਾਲ ਕਰਦੇ ਨੇ ਕਿ ਇੰਨਾ ਕੁਛ ਤਾਂ ਮਿਲ ਗਿਆ, ਹਰਦੀਪ ਸਿੰਘ ਸੱਜਣ ਰੱਖਿਆ ਮੰਤਰੀ ਬਣ ਗਏ, ਇਸ ਤੋਂ ਪਹਿਲਾਂ ਉਜਲ ਦੋਸਾਂਝ ਪ੍ਰੀਮੀਅਰ ਰਹਿ ਚੁੱਕੇ ਨੇ, ਹੁਣ ਜਗਮੀਤ ਸਿੰਘ ਕੌਮੀ ਲੀਡਰ ਬਣੇ ਨੇ ਇੱਕ ਪਾਰਟੀ ਦੇ, ਤਾਂ ਫਿਰ ਸਾਰਾ ਕੁਝ ਤਾਂ ਹੋ ਗਿਆ, ਨਸਲਵਾਦ ਕਿੱਥੇ ਆ?
ਤੁਸੀਂ ਸੋਚਦੇ ਹੋ ਕਿ ਦਰਸ਼ਨੀ ਘੋੜਿਆਂ ਨੂੰ ਮੂਹਰੇ ਲਾਉਣ ਨਾਲ ਨਸਲਵਾਦ ਮੁੱਕ ਜਾਊਗਾ? ਇਹ ਤਾਂ ਪਾਰਟੀਆਂ ਦੀ ਲੋੜ ਬਣੀ ਹੋਈ ਹੈ ਕਿ ਲੋਕਾਂ ਨੂੰ ਅੱਗੇ ਨਾਲ ਜੋੜੋ, ਤਾਂ ਜੋ ਸਾਡਾ ਚਿਹਰਾ ਮੋਰਾ ਇਸ ਤਰ੍ਹਾਂ ਦਾ ਹੋਵੇ ਕਿ ਲੋਕ ਸਾਡੇ ਨਾਲ ਹੋਰ ਜੁੜਨ। ਪਰ ਕੀ ਸਿਰਫ ਇਹ ਲੀਡਰ ਬਣਨ ਨਾਲ ਸਾਰਾ ਕੁਝ ਠੀਕ ਹੋ ਜਾਂਦਾ? ਜੇ ਜਗਮੀਤ ਸਿੰਘ ਅੱਜ ਵੀ ਹੰਡਾ ਰਿਹਾ ਹੈ ਤਾਂ ਮਤਲਬ ਇਹ ਹੈ ਕਿ ਇਹ ਸੀਰੀਅਸ ਪ੍ਰੋਬਲਮ ਹੈ, ਇਸ ਨੂੰ ਉਸ ਤਰ੍ਹਾਂ ਲਿਆ ਜਾਵੇ। ਜੇ ਲੋਕਾਂ ਦੇ ਇੰਨੇ ਹੌਸਲੇ ਖੁੱਲ੍ਹ ਗਏ ਕਿ ਉਹ ਇੱਕ ਨੈਸ਼ਨਲ ਲੀਡਰ ਨੂੰ ਸਹਾਰ ਨਹੀਂ ਸਕਦੇ, ਉਹਦੇ ਮੂੰਹ 'ਤੇ ਜਾ ਕੇ ਉਹਨੂੰ ਗਾਲਾਂ ਕੱਢਦੇ, ਤੁਸੀਂ ਇਮੈਜਿਨ ਕਰੋ ਕਿ ਜਿਹੜਾ ਕੋਈ ਇਸ ਰੁਤਬੇ ਦਾ ਨਾ ਹੋਊਗਾ, ਮਾੜਾ ਢੇੜਾ ਜਿਹਨੇ ਪਜਾਮਾ ਕੁੜਤਾ ਪਾਇਆ ਹੋਇਆ, ਉੱਦਾਂ ਹੀ ਬਜ਼ੁਰਗ ਸਾਡਾ ਕੋਈ ਸੈਰ ਕਰ ਰਿਹਾ ਕਿਸੇ ਥਾਂ 'ਤੇ ਜਿੱਥੇ ਦੂਜੇ ਭਾਈਚਾਰੇ ਦੇ ਲੋਕ ਰਹਿੰਦੇ, ਉਹਦੇ ਨਾਲ ਕੀ ਹੁੰਦਾ ਹੋਊਗਾ? ਔਰ ਕਈ ਵਾਰੀ ਤਾਂ ਇਹ ਵੀ ਹੋਇਆ ਕਿ ਜੇ ਉਹ ਲੋਕ ਆ ਕੇ ਦੱਸਦੇ ਕਿ ਸਾਡੇ ਨਾਲ ਨਸਲਵਾਦ ਹੋਇਆ, ਲੋਕ ਹਾਸੇ ਪਾ ਜਾਂਦੇ, ਕੋਈ ਵੱਡੀ ਗੱਲ ਨਹੀਂ, ਇਹ ਤਾਂ ਮਾਮੂਲੀ ਜਿਹੀਆਂ ਗੱਲਾਂ ਨੇ। ਜਾਂ ਉਹਦਾ ਕਸੂਰ ਕੱਢਣਗੇ, ਤੂੰ ਪਜਾਮਾ ਕੁੜਤਾ ਕਿਉਂ ਪਾਇਆ ਹੋਇਆ ਸੀਗਾ, ਚੱਜ ਦੇ ਕੱਪੜੇ ਪਾ ਲਾ। ਜਗਮੀਤ ਸਿੰਘ ਦੀ ਦਸਤਾਰ ਉੱਤੇ ਸਾਡੇ ਭਾਈਚਾਰੇ ਦੇ ਲੋਕ ਗੱਲਾਂ ਕਰਦੇ ਆ ਕਿ ਦਸਤਾਰ ਦਾ ਸਟਾਈਲ ਚੇਂਜ ਕਰ ਲਵੇ। ਦਸਤਾਰ ਦਾ ਸਟਾਈਲ ਚੇਂਜ ਕਰ ਲਊਗਾ, ਤੁਸੀਂ ਕਿਸੇ ਉਹਦੇ ਨਸਲਵਾਦ ਮੁੱਕ ਜਾਊਗਾ? ਕਿ ਜਿਹੜੇ ਨਸਲਵਾਦੀ ਜਗਮੀਤ ਸਿੰਘ ਦੀ ਜਿਹੜੀ ਗੋਲ ਪੱਗ 'ਤੇ ਇਤਰਾਜ਼ ਕਰਦੇ ਨੇ, ਕਿ ਉਹ ਲੋਕ ਸੱਜਣ ਸਾਹਿਬ ਦੀ ਸਿੱਧੀ ਜਿਹੜੀ ਟੀਟੂ ਪੱਗ ਜਿਹਨੂੰ ਅਸੀਂ ਕਹਿੰਦੇ ਕਿ ਵਾਰੀ, ਉਹਦੇ ਨਾਲ ਬਾਗੋ ਬਾਗ ਨੇ। ਜਿਨ੍ਹਾਂ ਨੂੰ ਪੱਗਾਂ ਨਾਲ ਪ੍ਰੋਬਲਮ ਹੈ, ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪੱਗ ਤੁਸੀਂ ਗੋਲ ਬੰਨੀ ਹੈ ਕਿੱਦਾਂ ਦੀ ਬੰਨੀ ਹੈ। ਉਹਨਾਂ ਨੂੰ ਤੁਹਾਡੀ ਦਸਤਾਰ ਨਾਲ ਵੈਸੇ ਹੀ ਦਿੱਕਤ ਆ। ਦਸਤਾਰ ਵੇਖ ਕੇ ਉਹਨਾਂ ਨੇ ਉੱਦਾਂ ਹੀ ਨੱਕ ਮੂੰਹ ਚਾੜਨੇ ਸ਼ੁਰੂ ਕਰ ਲੈਣੇ ਆਪਣੇ। ਇਹ ਸਾਡੇ ਲੋਕਾਂ 'ਚ ਕਦੋਂ ਬੇਚੈਨੀ ਕਿਉਂ ਆਈ ਹੋਈ ਨਹੀਂ? ਇਹ ਲੋਕ ਪਹਿਲਾਂ ਆਪਣੇ ਨੂੰ ਸਵਾਲ ਕਰਨ ਨਾ, ਨਸਲਵਾਦ ਬਾਰੇ ਸੋਝੀ ਪੈਦਾ ਕਰਨ ਕਿ ਨਸਲੀ ਸੋਚ ਨਾਲ ਜਿਹੜਾ ਗਰਸਿਆ ਕੋਈ ਵਿਅਕਤੀ ਆ, ਨਸਲੀ ਸੋਚ ਜਿਸ 'ਤੇ ਭਾਰੂ ਹੋਈ ਆ, ਉਹਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਸ ਤਰ੍ਹਾਂ ਦੀ ਪੱਗ ਬੰਨੀ, ਕਿਸ ਤਰ੍ਹਾਂ ਦੀ ਪੱਗ ਬੰਨੀ। ਉਹ ਤਾਂ ਤੁਹਾਡੀ ਚਮੜੀ ਦਾ ਰੰਗ ਵੇਖ ਕੇ ਮਤਲਬ ਤੁਹਾਡੇ ਤੋਂ ਖਿੱਚ ਜਾਂਦਾ, ਅਤੇ ਤੁਸੀਂ ਮੂੰਹ ਸਿਰ ਵੀ ਮੁੰਨਿਆ ਹੋਊਗਾ, ਉਹ ਤਾਂ ਵੀ ਤੁਹਾਡਾ ਲਿਹਾਜ਼ ਨਹੀਂ ਕਰੂਗਾ। ਸੋ ਇਸ ਕਰਕੇ ਆਹ ਭੁਲੇਖਾ ਨਾ ਪਾੜੋ, ਹਕੀਕਤ ਦਾ ਸਾਹਮਣਾ ਕਰੋ ਕਿ ਨਸਲਵਾਦ ਐਗਜ਼ਿਸਟ ਕਰਦਾ। ਜੇ ਐਡੇ ਵੱਡੇ ਰੁਤਬੇ 'ਤੇ ਬੈਠੇ ਵਿਅਕਤੀ ਨੂੰ ਉਹ ਚੀਜ਼ ਚੋਟ ਕਰ ਰਹੀ, ਤਾਂ ਤੁਸੀਂ ਆਪੇ ਸਹਿਜ ਅਨੁਮਾਨ ਲਾ ਕੇ ਵੇਖ ਲਓ ਕਿ ਜਿਹੜੇ ਆਮ ਲੋਕ ਜਿਹੜੇ ਹਾਸ਼ੀਏ 'ਤੇ ਨੇ, ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ। ਉਹੋ ਜਿਹੀ ਸੰਵੇਦਨਾ ਪੈਦਾ ਕਰਨੀ ਜ਼ਰੂਰੀ ਹੈ, ਤਾਂ ਜਾ ਕੇ ਆਪਾਂ ਇਸ ਮਸਲੇ ਨਾਲ ਚੰਗੀ ਤਰ੍ਹਾਂ ਰੂਬਰੂ ਹੋ ਕੇ ਉਸਨੂੰ ਸੁਣ ਸਕਾਂਗੇ। ਬੜੀ ਪਿਆਰੀ ਗੱਲ ਹੈ ਕਿ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲੈਣੀਆਂ ਕਬੂਤਰ ਦੇ ਬਚਾਓ ਦਾ ਕਾਰਨ ਆਧਾਰ ਨਹੀਂ ਬਣ ਸਕਦਾ। ਅਤੇ ਇਹ ਗੱਲ ਨੂੰ ਅਸੀਂ ਆਪਣੇ ਆਪ ਨੂੰ ਬਚਾਓ ਨੀਤੀ ਦੇ ਵਿੱਚ ਇਉਂ ਵਿਚਰ ਕੇ ਕਿ ਅਸੀਂ ਨਸਲਵਾਦ ਤੋਂ ਜੇ ਬਚਣਾ ਤਾਂ ਇਉਂ ਕਰੋ, ਤੁਸੀਂ ਆਪਣੀ ਜਿਹੜੀ ਪੱਗ ਹੈ ਉਹਦਾ ਸਟਾਈਲ ਬਦਲ ਲਓ। ਕਈ ਕਹਿਣਗੇ ਇਉਂ ਕਰੋ, ਤੁਸੀਂ ਆਪਣੇ ਨਾਵਾਂ ਨੂੰ ਬਦਲ ਲਓ, ਗੁਰਮੀਤ ਨੂੰ ਗੈਰੀ ਬਣਾ ਲਓ, ਹਰਮੀਤ ਨੂੰ ਹੈਰੀ ਬਣਾ ਲਓ, ਸਿੰਘ ਕੌਰ ਕੱਢ ਦਿਓ, ਅਤੇ ਫਿਰ ਤੁਸੀਂ ਬਚ ਗਏ। ਕਈ ਹੋਰ ਵੀ ਇਸ ਤਰ੍ਹਾਂ ਗੱਲ ਕਰਨਗੇ ਕਿ ਨਹੀਂ ਤੁਸੀਂ ਕੱਪੜੇ ਜਿਹੜੇ ਪਾਏ ਆ, ਇਹ ਕੱਪੜੇ ਇਉਂ ਨਾ ਪਾਓ, ਇਹ ਕੱਪੜੇ ਜਿਹੜੇ ਆ ਤੁਹਾਡੀ ਨਸਲਵਾਦ ਦਾ ਕਾਰਨ ਨੇ, ਤੁਸੀਂ ਇਉਂ ਕਰੋ, ਇਹੋ ਜਿਹੇ ਕੱਪੜੇ ਪਾਓ ਜਿਹੜੇ ਕੱਪੜੇ ਉਹਨਾਂ ਨੂੰ ਚੰਗੇ ਲੱਗਦੇ ਨੇ। ਟਾਕ ਸ਼ੋਅ ਕੀਤੇ ਜਾਣਗੇ ਕਿ ਕੁੜਤਾ ਪਜਾਮਾ ਪਾ ਕੇ ਸੜਕਾਂ 'ਤੇ ਭਾਈ ਕਿਉਂ ਨਿਕਲੇ, ਕਿੱਥੇ ਫਿਰਦੇ ਹੋ? ਅੱਛਾ, ਇਹ ਟਾਕ ਸ਼ੋਅ ਕਰਨ ਦੀ ਲੋੜ ਹੈ ਕਿ ਨਸਲਵਾਦ ਰੋਕਣ ਦੇ ਵਾਸਤੇ ਸਾਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ, ਜਾਂ ਸਿਸਟਮੈਟਿਕ ਨਸਲਵਾਦ ਹੈ ਕੀ, ਨਾ ਕਿ ਇਹ ਕਿ ਤੁਸੀਂ ਜੀ ਇਹੋ ਜਿਹੇ ਲੀੜੇ ਨਾ ਪਾਓ, ਇਹੋ ਜਿਹੀ ਪੱਗ ਨਾ ਬੰਨੋ, ਇਸ ਤਰ੍ਹਾਂ ਨਾ ਵਿਚਰੋ। ਹੁਣ ਇਹ ਵੀ ਦੇਖੋ ਕਿ ਜੇਕਰ ਕੋਈ ਗਲਤੀ ਕਰਦਾ ਹੈ, ਕੋਈ ਵਿਅਕਤੀ ਕਿਸੇ ਸਿਆਹ ਭਾਈਚਾਰੇ ਦਾ ਜਾਂ ਰੰਗਦਾਰ ਭਾਈਚਾਰੇ ਦਾ, ਅਤੇ ਜੇ ਦੂਸਰੇ ਭਾਈਚਾਰੇ ਦਾ ਬੰਦਾ ਉਹਨੂੰ ਦੇਖਦਾ, ਉਹਦੀ ਡਰਾਈਵਿੰਗ ਠੀਕ ਨਹੀਂ ਜਾਂ ਉਹ ਚੱਲਦਾ ਠੀਕ ਨਹੀਂ, ਤਾਂ ਉਹ ਜਦੋਂ ਰੁਕੇਗਾ ਉਹਨੂੰ ਨਸਲਵਾਦੀ ਗਾਲ ਕੱਢੇਗਾ। ਜਦ ਕਿ ਚਾਹੀਦਾ ਜੇ ਉਹਦੀ ਗਲਤੀ ਹੈ ਉਸ ਖੇਤਰ ਦੇ ਵਿੱਚ ਉਹ ਗੱਲ ਕੀਤੀ ਜਾਵੇ, ਪਰ ਨਿਸ਼ਾਨਾ ਕਿੱਧਰ ਟੁੱਟਦਾ? ਉਸ ਨੂੰ ਨਸਲਵਾਦੀ ਸੋਚਦੇ। ਇਹ ਨਹੀਂ ਕਿ ਇੱਥੇ ਅਸੀਂ ਚੱਲਦੇ ਹਾਂ, ਅਸੀਂ ਵੀ ਤਾਂ ਕਰਦੇ ਹਾਂ। ਅਸੀਂ ਜਦੋਂ ਪਿੰਡਾਂ 'ਚ ਜਿੱਥੇ ਵਿਚਰਦੇ ਆਏ ਹਾਂ, ਆਪਣੇ ਆਪ ਨੂੰ ਉੱਚੀ ਜਾਤੀ ਵਾਲਾ ਜਿਹੜਾ ਅਖਵਾਉਂਦਾ, ਉਹ ਜਦੋਂ ਕਿਸੇ ਨਾਲ ਝਗੜਦਾ ਨਾ, ਤਾਂ ਉਹਨੂੰ ਗਾਲ ਨੀਵੀਂ ਜਾਤੀ ਦੀ ਕੱਢਦਾ, ਅਤੇ ਬੋਲ ਕੇ ਮੂੰਹੋਂ ਵਾਰ-ਵਾਰ ਕਰਦਾ ਵੀ ਤੇਰੀਆਂ ਹਰਕਤਾਂ ਉਹਨਾਂ ਵਰਗੀਆਂ। ਇਹੀ ਜਿਹੜਾ ਅਮਰੀਕਾ ਦੇ ਵਿੱਚ ਹੋਇਆ, ਜਾਂ ਜਿਸ ਤਰੀਕੇ ਨਾਲ ਕਿਹਾ ਗਿਆ ਕਿ ਇਹ ਜੀ ਇਹ ਜਾਹਲ ਨੇ, ਇਹ ਜਾਂ ਇਹ ਸਿਆਹ ਮੂਲ ਦੇ ਇਹੋ ਜਿਹੇ ਲੋਕ ਨੇ। ਅਸੀਂ ਤਾਂ ਪੁਰਾਤਨ ਸਮੇਂ 'ਚ ਦੇਖਦੇ ਹਾਂ, ਸਾਡੇ ਤਾਂ ਜਿਹੜੇ ਵੇਦਾਂ ਗ੍ਰੰਥਾਂ ਦੇ ਵਿੱਚ ਉਹਨਾਂ ਨੂੰ ਪਸ਼ੂ ਕਹਿ ਦਿੱਤਾ ਗਿਆ, ਉਹਨਾਂ ਨੂੰ ਦੈਂਤ ਕਹਿ ਦਿੱਤਾ ਗਿਆ, ਅਸੁਰ ਕਹਿ ਦਿੱਤਾ ਗਿਆ। ਇਉਂ ਲੱਗਦਾ ਸੀ ਉਹ ਬੰਦੇ ਨਹੀਂ, ਉਹਨਾਂ ਦੇ ਸਿਰਾਂ 'ਤੇ ਵੱਡੇ ਵੱਡੇ ਸਿੰਘ ਆ, ਉਹਨਾਂ ਦੀਆਂ ਅੱਖਾਂ ਭਿਆਨਕ ਆ, ਉਹਨਾਂ ਦੇ ਮੂੰਹ ਬੜੇ ਖਤਰਨਾਕ ਨੇ, ਅਤੇ ਉਹ ਪਤਾ ਨਹੀਂ ਕਿਵੇਂ ਨੇ, ਬੰਦੇ ਹੀ ਸੀ। ਪਸੰਦ ਨਹੀਂ ਸੀ ਜਿਹੜੇ ਆਪਣੇ ਆਪ ਨੂੰ ਉੱਚੀ ਜਾਤੀ ਵਾਲੇ ਕਹਿੰਦੇ ਆ, ਉਹਨਾਂ ਦੇ ਪੂਛਾਂ ਨਹੀਂ ਸੀ ਲੱਗੀਆਂ ਹੋਈਆਂ, ਉਹ ਵੀ ਚੰਗੇ ਭਲੇ ਸੀ, ਪਰ ਕਿਉਂਕਿ ਨਸਲਵਾਦ ਸੀ ਉਸ ਕਰਕੇ ਉਹਨਾਂ ਨੂੰ ਉਸ ਤਰ੍ਹਾਂ ਵਿਤਕਰੇ ਦੇ ਵਿੱਚ ਦੇਖਿਆ ਜਾਂਦਾ ਸੀ। ਅਤੇ ਅੱਜ ਜਿਹੜੇ ਇਤਿਹਾਸ ਵੀ ਪੜ੍ਹਾਏ ਜਾਂਦੇ ਨੇ, ਇੱਕ ਦੇਵਤੇ ਅਤੇ ਇੱਕ ਦੈਂਤ, ਕੋਈ ਦੈਂਤ ਦੂੰਤ ਨਹੀਂ ਸੀ, ਉਹ ਵੀ ਦੱਬੇ ਕੁਚਲੇ ਦਲਿਤ ਲੋਕ ਸੀ, ਦਰਾਵੜ ਲੋਕ ਸੀ। ਪਰ ਸਾਨੂੰ ਸਮਝਾਏ ਕੌਣ? ਅਸੀਂ ਤਾਂ ਜਿਹੋ ਜਿਹਾ ਪੜ੍ਹਾਇਆ ਉਹੋ ਜਿਹਾ ਪੜ੍ਹ ਲਿਆ, ਉਦੋਂ ਬਾਅਦ ਯੂਨੀਵਰਸਿਟੀਆਂ 'ਚ ਪੜ੍ਹਾਉਣ ਲੱਗ ਗਏ, ਅਤੇ ਅਸੀਂ ਨਸਲਵਾਦੀ ਢਾਂਚੇ ਜਾਂ ਸਿਸਟਮੈਟਿਕ ਰੇਸਿਜ਼ਮ ਤੋਂ ਜਾਣੂ ਨਹੀਂ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਣੀ ਪਏਗੀ ਕਿ ਆਪਣੀ ਮਿਸਟੇਕਨ ਆਇਡੈਂਟੀਟੀ ਦਾ ਰੌਲਾ ਨਾ ਪਾਓ
ਕਿ ਮੇਰੀ ਜਿਹੜੀ ਆ ਪਛਾਣ ਹੈ ਇਹ ਸਮੱਸਿਆ ਤੇ ਮੈਨੂੰ ਮੁਸਲਮਾਨਾਂ ਨਾਲ ਰਲਾ ਕੇ ਦੇਖਿਆ ਜਾਂਦਾ ਤਾਂ ਮੈਂ ਇਹ ਤੋਂ ਬਚ ਜਾ, ਮੈਨੂੰ ਫਲਾਣੇ ਨਾਲ ਰਲਾ ਕੇ ਦੇਖਿਆ ਜਾਏ ਇਹ ਤੋਂ ਬਚ ਜਾ। ਸਾਡਾ ਤਾਂ ਸਿਧਾਂਤ ਇਹ ਹੋਣਾ ਚਾਹੀਦਾ ਕਿ ਕਿਸੇ ਨਾਲ ਵੀ ਨਸਲਵਾਦ ਕਿਉਂ ਹੋਵੇ, ਕਿਸੇ ਦੀ ਪਛਾਣ ਕਾਰਨ ਕਿਸੇ ਨੂੰ ਵੀ ਨਿਸ਼ਾਨਾ ਕਿਉਂ ਬਣਾਇਆ ਜਾਏ। ਅਸੀਂ ਇਸ ਗੱਲ ਤੇ ਜੇ ਪਹਿਰਾ ਦੇਵਾਂਗੇ ਤਾਂ ਕੁਝ ਬਚ ਸਕਦਾ ਹੈ। ਪਿੱਛੇ ਜੇ ਅਮਰੀਕਾ ਦੇ ਵਿੱਚ ਵੀ ਇੱਕ ਸਿੱਖ ਵਿਅਕਤੀ ਜਿਹੜਾ ਕਿ ਐਬਸਪੋਰਟ ਦੇ ਵਸਨੀਕ ਪਰਿਵਾਰ ਨਾਲ ਸੰਬੰਧ ਸੀ, ਉਸ ਨੂੰ ਨਸਲਵਾਦੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਉਸ ਤੋਂ ਪਹਿਲਾਂ ਸੋਢੀ ਸਾਹਿਬ ਵਰਗੇ ਜਾਂ ਹੋਰ ਕਈ ਸ਼ਖਸੀਅਤਾਂ ਨੂੰ ਬਾਕਾਇਦਾ ਤੌਰ ਤੇ ਉੱਥੇ ਨਿਸ਼ਾਨਾ ਬਣਾਇਆ ਗਿਆ। 9/11 ਤੋਂ ਬਾਅਦ ਬੜਾ ਕੁਛ ਇਸ ਤਰ੍ਹਾਂ ਦਾ ਚੱਲਿਆ, ਪਰ ਅਸੀਂ ਉਸ ਨੂੰ ਜਿਵੇਂ ਹੈਂਡਲ ਕਰਨਾ ਸੀ ਉਹ ਕਰਨ ਦੇ ਵਿੱਚ ਭਾਈਚਾਰਕ ਤੌਰ ਤੇ ਵੀ ਅਸਫਲ ਰਹੇ। ਇਹ ਕਈ ਵਾਰੀ ਅਸਫਲ ਰਹੇ ਆ। ਈਵਨ ਜੀ ਐਬਟਫੋਰਡ ਦੀ ਤਾਜ਼ਾ ਘਟਨਾ ਦੀ ਗੱਲ ਕਰ ਲਈਏ, ਉਹਦੇ ਵਿੱਚ ਵੀ ਜਿਸ ਤਰ੍ਹਾਂ ਦੀ ਗੱਲ ਕੀਤੀ ਜਾਣੀ ਚਾਹੀਦੀ ਸੀ ਉਸ ਤਰ੍ਹਾਂ ਦੀ ਕਰਨ ਦੀ ਥਾਂ ਤੇ ਹੋਰ ਤਰ੍ਹਾਂ ਦੀ ਰੰਗਤ ਦਿੱਤੀ ਗਈ ਉਸ ਗੱਲ ਨੂੰ। ਕੁਝ ਲੋਕ ਤਾਂ ਇਹ ਕਹਿਣ ਲੱਗ ਪਏ ਕਿ ਕਿਉਂਕਿ ਉਹ ਹਮਲਾ ਸਿਆਸਤ ਦੇ ਲੋਕਾਂ ਨੇ ਕੀਤਾ ਸੀਗਾ ਤੇ ਬਣਾ ਲਿਆ ਇਹ ਕਿ ਜੀ ਬਲੈਕ ਲਾਈਵਜ਼ ਮੈਟਰ ਵਾਲੇ ਜਿਹੜੇ ਸੀਗੇ ਅੱਜ ਉਹ ਸਾਡੇ ਖਿਲਾਫ ਨੇ। ਬੜੀ ਹਾਸੇ ਵਾਲੀ ਗੱਲ ਹੈ। ਬਲੈਕ ਲਾਈਵਜ਼ ਮੈਟਰ ਇੱਕ ਸਿਧਾਂਤਕ ਲੜਾਈ ਹੈ। ਉਸ ਭਾਈਚਾਰੇ ਨਾਲ ਢਾਂਚਾਗਤ ਢੰਗ ਨਾਲ ਲੰਮੇ ਸਮੇਂ ਤੋਂ ਹਿੰਸਾ ਹੁੰਦੀ ਆ ਰਹੀ। ਤੁਹਾਡੇ ਸਾਹਮਣੇ ਆ ਜਿਸ ਘਟਨਾ ਨੂੰ ਲੈ ਕੇ ਆਪਾਂ ਗੱਲ ਸ਼ੁਰੂ ਕੀਤੀ ਹੈ, ਉਸ ਸਿਆਸਤ ਦੇ ਲੋਕ ਮਾਰੇ ਗਏ ਨੇ, ਉਹ ਲਗਾਤਾਰ ਮਾਰੇ ਜਾ ਰਹੇ ਨੇ, ਪੁਲਿਸ ਹੱਥੋਂ ਵੀ ਨਸਲਵਾਦੀਆਂ ਹੱਥੋਂ ਵੀ। ਉਹਨਾਂ ਵਿੱਚੋਂ ਜੇ ਉੱਠ ਕੇ ਤੁਹਾਡੇ 'ਤੇ ਹਮਲਾ ਕਰਦਾ ਤੁਸੀਂ ਇਹਨੂੰ ਐਡੀ ਵੱਡੀ ਗੱਲ ਬਣਾ ਲਓ, ਬਜਾਏ ਕਿ ਨਸਲਵਾਦ ਦੀ ਦੈਂਤ ਵੱਲ ਇਸ਼ਾਰਾ ਕਰੋ। ਕਿਉਂਕਿ ਜਿਹੜੀ ਉਹ ਸੋਚ ਹੈ ਉਹ ਸਾਰੇ ਪਾਸੇ ਪਸਰੀ ਹੋਈ ਹੈ। 9/11 ਦਾ ਹਮਲਾ ਹੋਇਆ ਰਾਸ਼ਟਰਵਾਦ ਦੇ ਨਾਂ ਦੇ ਉੱਤੇ, ਉਸ ਨਸਲਵਾਦ ਨੇ ਕਈਆਂ ਨੂੰ ਕੀਲ ਲਿਆ, ਜਿਹਦੇ ਵਿੱਚ ਹਿਸਪੈਨਿਕ ਲੋਕ ਵੀ ਅੰਨੇ ਹੋ ਗਏ। ਉਹਨਾਂ ਨੂੰ ਵੀ ਸਿੱਖ ਜਾਂ ਮੁਸਲਮਾਨ ਜ਼ਹਿਰ ਲੱਗਣ ਲੱਗ ਪਏ। ਗੋਰਿਆਂ ਨੂੰ ਲੱਗ ਹੀ ਰਹੇ ਸੀ, ਉਹਨਾਂ ਨੂੰ ਵੀ ਲੱਗਣ ਲੱਗ ਪਏ। ਇਸੇ ਤਰ੍ਹਾਂ ਕਈ ਸਿਆਸਤ ਦੇ ਲੋਕ ਨੇ ਜਿਵੇਂ ਟਰੰਪ ਦੇ ਹਮਾਇਤੀ ਸੀਗੇ, ਉਹਨਾਂ ਵਿੱਚ ਵੀ ਨਸਲਵਾਦ ਵੜਿਆ ਹੋਇਆ। ਉਹ ਆਪਣੇ ਭਾਈਚਾਰੇ ਨੂੰ ਵੀ ਹੀਣਾ ਸਮਝਦੇ, ਸਿਆਹ ਨਸਲ ਹੋਣ ਦੇ ਬਾਵਜੂਦ। ਸਾਨੂੰ ਉਹ ਸਮੱਸਿਆ ਦੀ ਜੜ ਇੱਦਾਂ ਵੇਖਣੀ ਚਾਹੀਦੀ। ਇੱਕ ਤਾਂ ਸਾਡੀ ਜਿਹੜੀ ਕੋਡੀਫਿਕੇਸ਼ਨ ਹੈ ਉਹ 'ਚ ਬੜੀ ਦਿੱਕਤ ਆ। ਅਸੀਂ ਹਰ ਗੱਲ ਨੂੰ ਜਦੋਂ ਆਪਣੇ ਹਿਸਾਬ ਨਾਲ ਉਹਨੂੰ ਜਦੋਂ ਅਸੀਂ ਕਰਦੇ ਨਾ ਇੰਟਰਪ੍ਰੈਟ ਕਰਦੇ ਹਾਂ ਹੈ ਨਾ, ਜਾਂ ਡੀਕੋਡ ਕਰਦੇ, ਅਸੀਂ ਉਹਦੇ 'ਚ ਕਈ ਤਰ੍ਹਾਂ ਦੀਆਂ ਕੁਤਾਈਆਂ ਕਰਦੇ। ਉਸੇ ਤਰੀਕੇ ਨਾਲ ਇਹ ਵੀ ਕੁਤਾਈ ਹੋਈ ਜਦੋਂ 9/11 ਤੋਂ ਬਾਅਦ ਜਦੋਂ ਸੋਢੀ ਸਾਹਿਬ 'ਤੇ ਹਮਲਾ ਹੋਇਆ ਜਾਂ ਹੋਰਾਂ 'ਤੇ ਹੋਇਆ। ਇਹ ਜਿਹੜਾ ਰੌਲਾ ਪਾਇਆ ਗਿਆ ਅਸੀਂ ਮੁਸਲਮਾਨਾਂ ਨੂੰ ਵੱਖਰੇ ਹਾਂ, ਵੱਡੇ ਵੱਡੇ ਬੋਰਡ ਲਾਏ ਗਏ। ਲੜਾਈ ਦਾ ਉਹ ਤਰੀਕਾ ਠੀਕ ਨਹੀਂ ਸੀਗਾ। ਤਰੀਕਾ ਇਹ ਹੋਣਾ ਚਾਹੀਦਾ ਸੀ ਕਿ ਆਪਾਂ ਸਾਰੇ ਇਕੱਠੇ ਹਾਂ। ਕਿਉਂਕਿ ਜਿਹੜੇ ਗੋਰੇ ਨਸਲਵਾਦੀ ਆ ਉਹਨਾਂ ਨੂੰ ਤੁਹਾਡੀ ਚਮੜੀ ਦੇ ਰੰਗ ਨਾਲ ਸਮੱਸਿਆ, ਚਾਹੇ ਤੁਸੀਂ ਮੁਸਲਮਾਨ ਹੋ, ਚਾਹੇ ਹਿੰਦੂ ਹੋ, ਚਾਹੇ ਸਿੱਖ ਹੋ, ਬੇਸ਼ੱਕ ਉਹਨਾਂ ਨੂੰ ਦੱਸੀ ਜਾਓ, ਉਹਨਾਂ 'ਤੇ ਕੋਈ ਅਸਰ ਨਹੀਂ ਇਸ ਗੱਲ ਦਾ। ਉਹਨਾਂ ਨੂੰ ਕੋਈ ਦਿਲਚਸਪੀ ਤੁਹਾਡੇ 'ਚ ਹੈ ਹੀ ਨਹੀਂ। ਉਹ ਚਾਹੁੰਦੇ ਕਿ ਤੁਸੀਂ ਦਫਾ ਹੋ ਜਾਓ ਸਾਡੀ ਨਜ਼ਰਾਂ ਦੇ ਸਾਹਮਣੇ। ਇਹ ਦੇਸ਼ ਸਾਡਾ, ਇਹ ਉਹਨਾਂ ਦੀ ਗੱਲ 'ਚ ਮਨ 'ਚ ਗੱਲ ਬੜੀ ਹੋਈ ਹੈ। ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਸਮਝਾਉਣ ਬੁਝਾਉਣ ਦੀ ਥਾਂ 'ਤੇ ਏਕਾ ਕਰਕੇ ਲੜਾਈ ਲੜਨੀ ਪੈਣੀ ਹੈ। ਗਦਰੀ ਨੇ ਵੀ ਲੜਾਈ ਇੱਦਾਂ ਲੜੀ ਸੀ। ਜੇ ਉਹ ਇੱਦਾਂ ਟੁਕੜੇ 'ਚ ਲੜਾਈ ਲੜਦੇ ਤਾਂ ਕੀ ਸਫਲਤਾ ਮਿਲਣੀ ਸੀ ਉਹਨਾਂ ਨੂੰ। ਜਦੋਂ ਮੇਵਾ ਸਿੰਘ ਫਾਂਸੀ ਲੱਗੇ, ਕੀ ਉਹ ਇਹ ਸੋਚ ਕੇ ਲੱਗੇ ਸੀ ਕਿ ਮੈਂ ਸਿਰਫ ਆਪਣੇ ਭਾਈਚਾਰੇ ਲਈ ਚੱਲਿਆ? ਸਾਰਿਆਂ ਲਈ ਉਹ ਫਾਂਸੀ ਦਿੱਤੀ ਉਹਨਾਂ ਨੇ। ਸਾਰਿਆਂ ਦੇ ਹੱਕਾਂ ਦੇ ਛਾਪੇ ਮਾਰੇ ਜਾਂਦੇ ਸੀ, ਜਿੰਨੇ ਇਮੀਗ੍ਰੈਂਟ ਆ ਰਹੇ ਸੀ, ਚਾਹੇ ਹਿੰਦੂ ਸੀ ਚਾਹੇ ਮੁਸਲਮਾਨ ਸੀ। ਸੋ ਇਹ ਜਿਹੜੀਆਂ ਗੱਲਾਂ ਤੋਂ ਸਾਨੂੰ ਉੱਚਾ ਉੱਠਣਾ ਪੈਣਾ। ਅਸੀਂ ਤਾਂ ਬਾਬੇ ਨਾਨਕ ਦੇ ਸਿਧਾਂਤ ਤੋਂ ਵੀ ਮਤਲਬ ਪਾਸਾ ਵੱਟ ਗਏ ਗੱਲ ਕਹਿ ਕੇ। ਜਿਹਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ, ਅੱਜ ਅਸੀਂ ਉਸ ਸਿਧਾਂਤ ਤੋਂ ਵੀ ਥੜਕ ਗਏ। ਸੋ ਇੱਕ ਤੇ ਹਮਲਾ, ਸਭ ਤੇ ਹਮਲਾ, ਇਹ ਸਾਨੂੰ ਸਿੱਖੀ ਨਹੀਂ ਸਿਖਾਇਆ। ਕਾਮਰੇਡਾਂ ਦਾ ਨਾਰਾ ਤਾਂ ਬਾਅਦ 'ਚ ਬਣਿਆ, ਇਹ ਪਹਿਲਾਂ ਤਾਂ ਸਿੱਖੀ ਸਿਖਾਉਂਦੀ ਲੋਕਾਂ ਨੂੰ ਗੱਲ। ਇੱਕ ਤੇ ਹਮਲਾ, ਸਭ ਤੇ ਹਮਲਾ ਦਾ ਜਿਹੜਾ ਸਿਧਾਂਤ ਹੈ ਉਹ ਬਕਾਇਦਾ ਗ੍ਰੰਥ ਸਾਹਿਬ ਦੇ ਵਿੱਚ ਇਹ ਸੰਕਲਪ ਹੈ ਇਸ ਗੱਲ ਦਾ। ਸੋ ਸਾਨੂੰ ਇਸ ਗੱਲ ਨੂੰ ਸਮਝਣਾ ਪਊਗਾ। ਅਡਰੀ ਪਛਾਣ ਇੱਕ ਜੈਨੂਅਨ ਮੁੱਦਾ। ਮੈਂ ਨਹੀਂ ਕਹਿੰਦਾ ਅਡਰੀ ਪਛਾਣ 'ਤੇ ਤੁਸੀਂ ਜ਼ੋਰ ਨਾ ਦਿਓ, ਜ਼ਰੂਰ ਦਿਓ, ਕਿਉਂਕਿ ਅੱਜ ਅਡਰੀ ਪਛਾਣ ਦੇ ਉੱਤੇ ਛਾਪੇ ਪੈ ਰਹੇ ਨੇ ਹਿੰਦੁਸਤਾਨ 'ਚ। ਅਸੀਂ ਇਸ ਗੱਲ ਨੂੰ ਸਮਝਦੇ ਹਾਂ, ਪਰ ਹਰ ਇੱਕ ਗੱਲ ਦਾ ਕੋਈ ਮੌਕਾ ਹੁੰਦਾ। ਅਮਰੀਕਾ ਵਿੱਚ ਅਡਰੀ ਪਛਾਣ ਦਾ ਮਸਲਾ ਥੋੜ੍ਹੀ ਦੇਰ ਲਈ ਪਾਸੇ ਰੱਖ ਕੇ ਇਸ ਨੂੰ ਵੱਖਰੇ ਤਰੀਕੇ ਨਾਲ ਲੜਨਾ ਪਊਗਾ ਜਦੋਂ ਅਸੀਂ ਨਸਲਵਾਦ ਦੇ ਨਾਲ ਮਤਲਬ 10 ਪੰਜਾ ਲੈ ਰਹੇ ਹਾਂ। ਕਿਉਂਕਿ ਉੱਥੇ ਉਹ ਸਮੱਸਿਆ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ, ਇਕੱਲੇ ਇੱਕ ਫਿਰਕੇ ਨੂੰ ਪ੍ਰਭਾਵਿਤ ਨਹੀਂ ਕਰ ਰਹੀ। ਸੋ ਇਹ ਟੁਕੜਿਆਂ 'ਚ ਲੜਾਈ ਜਿਹੜੀ ਲੜੀ ਜਾ ਰਹੀ ਹੈ, ਬੇਸਮਝੀ ਵਿੱਚੋਂ ਗੱਲਾਂ ਕਈ ਹੋ ਰਹੀਆਂ ਨੇ, ਸਮੱਸਿਆ ਨੂੰ ਡੀਕੋਡ ਕਰਨ ਦੇ ਵਿੱਚ ਕੁਤਾਈਆਂ, ਇਹ ਗੱਲਾਂ ਮੈਨੂੰ ਲੱਗਦਾ ਕਿ ਨਿਰੰਤਰ ਸੰਵਾਦ ਦੀ ਮੰਗ ਕਰਦੀਆਂ। ਇੱਕ ਬੜੀ ਸਿਆਣੀ ਤੇ ਦੂਰਅੰਦੇਸ਼ੀ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਕਿਸੇ ਗੱਲ ਨੂੰ ਡੀਕੋਡ ਕਰਦੇ ਹਾਂ, ਉਸ ਦੀ ਇੰਟਰਪ੍ਰੀਟੇਸ਼ਨ ਕਰਦੇ ਹਾਂ, ਤਾਂ ਉਸ ਦੇ ਅਰਥਾਂ ਦੇ ਅਨਰਥ ਨਾ ਕੀਤੇ ਜਾਣ, ਉਸ ਨੂੰ ਸਮਝਿਆ ਜਾਏ, ਬਾਰੀਕੀ ਨੂੰ ਦੇਖਿਆ ਜਾਏ। ਪਰ ਉਹ ਤਾਂ ਹੋਏਗਾ ਜੇ ਸਾਡੇ ਮਨ ਦੇ ਵਿੱਚ ਸੋਚ ਸ਼ਕਤੀ ਇੰਨੀ ਮਜ਼ਬੂਤ ਹੋਏਗੀ, ਜੇ ਅਸੀਂ ਇਤਿਹਾਸ ਪੜ੍ਹਿਆ ਹੋਏਗਾ ਜਾਂ ਆਲੇ ਦੁਆਲੇ ਨੂੰ ਅਨੁਭਵ ਦਾ ਹਿੱਸਾ ਬਣਾਇਆ ਹੋਏਗਾ। ਨਾ ਤਾਂ ਸਾਡੇ ਲੇਖਕ ਨੇ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਨੇ, ਉਹ 4-4 ਕਿਤਾਬਾਂ ਲਿਖਦੇ ਨੇ ਪਰ ਪੜ੍ਹੀ ਇੱਕ ਨਹੀਂ ਹੁੰਦੀ, ਅਨੁਭਵ ਉਹਨਾਂ ਨੂੰ ਡੱਕਾ ਨਹੀਂ ਹੁੰਦਾ, ਅਧਿਐਨ ਉਹਨਾਂ ਦਾ ਬਿਲਕੁਲ ਨਹੀਂ ਹੁੰਦਾ, ਬਸ ਦੱਬੀ ਤੁਰੇ ਜਾਂਦੇ ਨੇ। ਉਹ ਫਿਰ ਜਿਵੇਂ ਮਰਜ਼ੀ ਲਿਖੀ ਜਾਂਦੇ ਨੇ, ਬਾਅਦ 'ਚ ਆਪਣੀ ਗੱਲ 'ਤੇ ਕਾਟ ਕਰੀ ਜਾਂਦੇ ਨੇ। ਦੂਸਰੀ ਗੱਲ ਇਹ ਹੈ ਕਿ ਅਸੀਂ ਕਿਵੇਂ ਸੋਚਦੇ ਹਾਂ, ਉਸ ਗੱਲ ਨੂੰ ਵੀ ਵਿਚਾਰਨਾ। ਅਡਰੀ ਪਛਾਣ ਦੇ ਮਸਲੇ 'ਤੇ ਆਪਣੀ ਗੱਲ 'ਤੇ ਤੈਅ ਕਰਨਾ ਕਿ ਇਸ 'ਤੇ ਖੜਨਾ ਬਿਲਕੁਲ ਸਹੀ ਹੈ, ਅਤੇ ਨਾਲ ਦੂਸਰਿਆਂ ਭਾਈਚਾਰਿਆਂ ਦੇ ਨਾਲ ਸਾਡੀ ਪਛਾਣ ਰਲਗੱਡ ਹੋਣ ਕਾਰਨ ਉਹਨਾਂ 'ਤੇ ਹੋ ਰਹੇ ਜ਼ੁਲਮ ਦੇ ਲਈ ਹਾਂ ਨਾ ਮਾਰਨੀ, ਹਾਂ ਦਾ ਨਾਰਾ ਨਾ ਮਾਰਨਾ, ਇਸ ਸਿਧਾਂਤ ਦੇ ਉਲਟ ਹੈ। ਪਰ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਚੱਲ ਰਿਹਾ, ਇਸ ਤਰ੍ਹਾਂ ਦਾ ਜਿਹੜਾ ਵਰਤਾਰਾ, ਉਸ ਨੂੰ ਆਪਣੀ ਆਇਡੈਂਟੀਟੀ ਨੂੰ ਜਾਂ ਆਪਣੇ ਖਿਆਲਾਤ ਨੂੰ
ਲੁਕੋ ਕੇ ਅਸੀਂ ਰੱਖਣਾ ਇਹ ਗਲਤ ਹੈ, ਉਸ ਨੂੰ ਪੇਸ਼ ਕਰੋ। ਮੈਂ ਦੁਬਾਰਾ ਵੀ ਇਹ ਗੱਲ ਕਹਿਣਾ ਕਿ ਇਸ ਗੱਲ ਤੇ ਬਿਲਕੁਲ ਨਾ ਡਰੋ ਕਿ ਤੁਹਾਡੇ ਸਿਰ ਤੇ ਪੱਗ ਬੰਨੀ ਹੈ, ਕਿਸ ਸਟਾਈਲ ਦੀ ਬੰਨੀ ਹੈ, ਬੰਨੋ। ਜੇਕਰ ਤੁਹਾਡੇ ਕੇਸ ਦਾੜੀ ਹੈ, ਰੱਖੋ। ਤੁਹਾਨੂੰ ਪਤਾ ਲੱਗੇ ਫਿਰ ਵੀ ਜੇ ਕੋਈ ਤੁਹਾਨੂੰ ਸਵੀਕਾਰ ਕਰਦਾ, ਗੱਲ ਤਾਂ ਹੈ। ਜੇਕਰ ਤੁਹਾਡੀ ਪੱਗ ਦੇ ਨਾਲ ਵੀ, ਪਛਾਣ ਦੇ ਨਾਲ ਵੀ, ਤੁਹਾਡੇ ਨਾਂ ਦੇ ਨਾਲ ਵੀ ਸਵੀਕਾਰ ਦਾ ਤਾਂ। ਪਰ ਜਵਾਕ ਬਾਅਦ 'ਚ ਜੰਮਦਾ, ਪਹਿਲਾਂ ਉਹਦਾ ਨਾਂ ਅਸੀਂ ਵਿਗਾੜ ਦਿੰਦੇ ਹਾਂ। ਕਿਉਂ? ਜੇ ਸਕੂਲ 'ਚ ਜਾਣਾ, ਉੱਥੇ ਗੋਰਿਆਂ ਦੇ ਵਿੱਚ ਰਹਿਣਾ, ਕਿਉਂ ਬਈ ਉਹ ਨਹੀਂ ਉਚਾਰਨ ਕਰ ਸਕਦੇ? ਅਸੀਂ ਆਪਣੇ ਨਾਮਾਂ ਨੂੰ ਜਦੋਂ ਬੋਲਦੇ ਵੀ ਹਾਂ, ਉੱਥੇ ਵੀ ਆਪਣੀ ਭਾਸ਼ਾ ਨੂੰ ਉਹਨਾਂ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਾਂ। ਮਸਲਨ ਧੱਦਾ ਜਿਹੜਾ ਹੈ ਨਹੀਂ ਬੋਲਿਆ ਜਾਂਦਾ, ਖਾਸ ਤੌਰ 'ਤੇ ਕੋਕੇਸ਼ਨ ਬਹੁਤ ਸਾਰੇ ਲੋਕਾਂ ਵੱਲੋਂ। ਮੈਂ ਜੇ ਗੱਲ ਕਰਦਾ ਕਿ ਧਾਰਨਾ, ਧਾਲੀਵਾਲ, ਕੋਈ ਵੀ ਡੋਲੀਵਾਲ ਜਾਂ ਹੋਰ, ਅਸੀਂ ਵਿਗਾੜ ਕੇ ਸਾਡੇ ਚੰਗੇ ਭਲੇ ਮੂੰਹ ਨੂੰ ਮਰੋੜ ਕੇ ਅਸੀਂ ਗੱਲ ਕਰਦੇ ਹਾਂ। ਸਿੱਧੀ ਤਰ੍ਹਾਂ ਆਪਣੀ ਭਾਸ਼ਾ ਨੂੰ ਤਾਂ ਖੁੱਲ੍ਹ ਕੇ ਬੋਲੋ, ਆਪਣੇ ਨਾਮਾਂ ਨੂੰ ਕਿਉਂ ਵਿਗਾੜਦੇ ਹਾਂ? ਪਰ ਇਹ ਦੁਖਾਂਤ ਕਿਉਂ ਵਾਪਰਦਾ? ਕਿਉਂਕਿ ਜਿੱਥੋਂ ਅਸੀਂ ਆਏ ਹਾਂ ਉੱਥੇ ਵੀ ਇਹ ਜ਼ਹਿਰ ਭਰੀ ਹੋਈ ਹੈ। ਆਹ 2-3 ਦਿਨ ਪਹਿਲਾਂ ਦੀ ਗੱਲ ਹੈ, ਅੰਮ੍ਰਿਤਸਰ ਦੀ ਇੱਕ ਕਮੇਡੀਅਨ ਜਿਹੜੀ ਕਿ ਆਪਣੇ ਆਪ ਨੂੰ ਨੈਸ਼ਨਲਿਜ਼ਮ ਦਾ ਜਿਹੜਾ ਉਹਦੇ 'ਤੇ ਪਲੰਦਾ ਚੜ੍ਹਿਆ ਹੋਇਆ, ਉਸ ਨੂੰ ਲੈ ਕੇ ਬੜੀਆਂ ਟਿੱਪਣੀਆਂ ਕਰ ਰਹੀ ਸੀ, ਟੈਲੀਵਿਜ਼ਨ 'ਤੇ ਗੱਲ ਕਰ ਰਹੀ ਹੈ। ਇੱਕ ਉਹਦੇ ਨਾਲ ਜਿਹੜੀ ਸੰਚਾਲਕ ਹੈ ਉਹਦੇ ਨਾਲ ਬੈਠੀ ਹੈ, ਜਿਹੜੀ ਕਿ ਆਪ ਖੁਦ ਪੰਜਾਬੀ ਪਰਿਵਾਰ ਦੀ ਹੈ, ਜਿਹਦਾ ਪਿਤਾ ਦਾੜੀ ਕੇਸ ਵਾਲਾ ਹੈ। ਭਾਰਤੀ ਸਿੰਘ ਨਾਂ ਦੀ ਜਿਹੜੀ ਇਹ ਰਾਸ਼ਟਰਵਾਦੀ ਕਮੇਡੀਅਨ ਹੈ, ਜਿਸ ਨੇ ਕਮੇਡੀ ਤੇ ਮਜ਼ਾਕ ਤੇ ਟਿੱਪਣੀ ਦੇ ਵਿੱਚ ਫਰਕ ਗੁਆ ਕੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ। ਕਿਹਾ ਕਿ ਕੇਸ ਦਾੜੀ ਜਿਹੜੇ ਆ ਇਹ ਕੀ ਹੁੰਦੇ ਨੇ, ਮਜ਼ਾਕ ਉਡਾਉਂਦੇ ਕਿਹਾ ਕਿ ਮੁੱਛਾਂ ਜਿਹੜੀਆਂ ਨੇ ਉਹ ਖਾਂਦੇ ਪੀਂਦੇ ਵਿੱਚ ਲਿਬੜ ਜਾਂਦੀਆਂ, ਦਾੜੀ ਵਿੱਚ ਲਿਬੜ ਜਾਂਦੀ ਹੈ, ਇਹਦਾ ਸਵਾਦ ਸੇਵੀਆਂ ਵਰਗਾ ਆਉਂਦਾ ਹੈ। ਅਤੇ ਉਹ ਲਗਾਤਾਰ ਬੋਲੀ ਗਈ। ਇਹ ਭਾਰਤ ਦੇ ਵਿੱਚ ਹੋ ਰਿਹਾ ਜਿੱਥੇ ਅਸੀਂ ਬੈਠੇ ਹਾਂ। ਅਤੇ ਫਿਰ ਉਹਨੇ ਇੱਥੇ ਹੀ ਨਹੀਂ ਰੁਕੀ, ਉਹਨੇ ਐਸੀਆਂ ਨੀਚ ਪੱਧਰ ਦੀਆਂ ਟਿੱਪਣੀਆਂ ਕੀਤੀਆਂ ਜਿਨ੍ਹਾਂ ਤੋਂ ਇਹ ਝਲਕਦਾ ਸੀ ਕਿ ਇਹ ਕਮੇਡੀਅਨ ਨਹੀਂ, ਇਹ ਇੱਕ ਇਸ ਤਰ੍ਹਾਂ ਦੀ ਸੋਚ ਦੀ ਮਾਲਕ ਹੈ ਜਿਹਦੇ ਅੰਦਰ ਹੱਦੋਂ ਵੱਧ ਨਫ਼ਰਤ ਹੈ। ਉਹ ਨਫ਼ਰਤ ਦਾ ਜਿਹੜਾ ਨਤੀਜਾ ਕੀ ਹੁੰਦਾ ਹੈ ਕਿ ਲੋਕਾਂ ਦੇ ਅੰਦਰ ਇਸ ਗੱਲ ਦਾ ਜਿਹੜਾ ਹੈ ਭੜਕਾਹਟ ਪੈਦਾ ਹੁੰਦੀ ਹੈ, ਰੋਸ ਪੈਦਾ ਹੁੰਦਾ ਹੈ। ਪਰ ਇਹ ਟੀਵੀ 'ਤੇ ਪ੍ਰਸਾਰਿਤ ਹੋਇਆ ਅਤੇ ਜੋ ਇੰਟਰਵਿਊ ਲੈ ਰਹੀ ਹੈ ਉਹਦਾ ਪਿਤਾ ਖੁਦ ਉਸੇ ਤਰ੍ਹਾਂ ਦੇ ਪਹਿਰਾਵੇ ਵਾਲਾ, ਪਰ ਉਸਨੇ ਮੁੜਮਾ ਸਵਾਲ ਨਾ ਕੀਤਾ। ਅੱਜ ਦੀ ਤਾਰੀਖ ਦੇ ਵਿੱਚ ਇਹ ਗੱਲ ਜਿਹੜੀ ਸਾਹਮਣੇ ਆਈ ਹੈ, ਇਸ ਤਰ੍ਹਾਂ ਦੀਆਂ ਟਿੱਪਣੀਆਂ ਵਾਰ-ਵਾਰ ਕੀਤੀਆਂ ਜਾਂਦੀਆਂ ਨੇ। ਸਿੱਖਾਂ ਦੇ ਉੱਪਰ ਮੁੱਛਾਂ ਦਾੜੀ ਦੋਨਾਂ ਦੇ ਲਈ, ਅਤੇ ਮੁਸਲਮਾਨਾਂ ਦੀ ਦਾੜੀ ਨੂੰ ਲੈ ਕੇ ਜਾਂ ਉਹਨਾਂ ਦੇ ਚਿਹਰੇ ਨੂੰ ਲੈ ਕੇ। ਅਤੇ ਇਹ ਗੱਲ ਜਿਹੜੀ ਸਾਡੇ ਆਪਣੇ ਸਭ ਤੋਂ ਵੱਡੇ ਜਿਹਨੂੰ ਕਹਿੰਦੇ ਧਰਮ ਨਿਰਪੱਖਤਾ ਵਾਲੇ, ਸੈਕੂਲਰਿਜ਼ਮ ਵਾਲੇ ਦੇਸ਼ 'ਚ ਹੋ ਰਹੀ ਹੈ। ਸੋ ਜਦੋਂ ਅਸੀਂ ਇਹ ਸਾਰਾ ਕੁਝ ਜਦੋਂ ਦੇਖਦੇ ਹਾਂ ਤਾਂ ਮਨ ਦੇ ਵਿੱਚ ਹੈਰਾਨੀ ਆਉਂਦੀ ਹੈ ਕਿ ਇਹੋ ਜਿਹੀ ਜ਼ਹਿਰ ਭਰੀ ਹੋਈ ਹੈ, ਮਨ ਦੇ ਅੰਦਰ ਇੰਨੀ ਨਫ਼ਰਤ ਭਰੀ ਹੋਈ ਹੈ ਕਿ ਕਿਸੇ ਨੂੰ ਫੜਨਾ ਤਾਂ ਪਹਿਲਾਂ ਉਹਨੂੰ ਉਹਦੀ ਸ਼ਕਲ ਨੂੰ ਫੜਨਾ, ਉਹਦੇ ਨਾਮ ਨੂੰ ਫੜਨਾ, ਉਹਦੀ ਪੱਗ ਨੂੰ ਫੜਨਾ, ਉਹਦੇ ਫਿਰਕੇ ਨੂੰ ਫੜਨਾ, ਅਤੇ ਫਿਰ ਜਾ ਕੇ ਵਿਚਾਰਾਂ ਦੀ ਲੜਾਈ ਲੜਨੀ ਹੈ। ਬਲਦਰ ਸਿੰਘ ਜੀ, ਖੈਰ ਮੈਂ ਇਸ ਗੱਲ ਨੂੰ ਥੋੜ੍ਹਾ ਹੋਰ ਬਰੀਕੀ ਦੱਸਣਾ ਚਾਹੂੰਗਾ ਕਿ ਮੈਂ ਆਪ ਇਸ ਚੀਜ਼ ਨੂੰ ਹੰਡਾਇਆ ਹੋਇਆ। ਜਦੋਂ ਮੈਂ ਬਹੁਤ ਛੋਟਾ ਸੀ, ਜਦੋਂ ਮੇਰੇ ਸਿਰ 'ਤੇ ਜੂੜਾ ਹੁੰਦਾ ਸੀ, ਜਦੋਂ ਅਸੀਂ ਪੰਜਾਬ ਤੋਂ ਬਾਹਰ ਰਹਿੰਦੇ ਸੀਗੇ, ਤਾਂ ਸਕੂਲ ਵਿੱਚ ਕਿਸ ਕਿਸਮ ਦੇ ਮਜ਼ਾਕ ਉਡਾਏ ਜਾਂਦੇ ਸੀਗੇ, ਉਸ ਗੱਲ ਨੂੰ ਮੈਂ ਫੇਸ ਕੀਤਾ ਹੋਇਆ, ਉਸ ਮਾਹੌਲ ਨੂੰ, ਹੈ ਨਾ। ਅਤੇ ਤੁਸੀਂ ਦੇਖ ਲਓ ਕਿ ਸਿੱਖ ਕਮਿਊਨਿਟੀ ਕਿੰਨੀ ਤਰੱਕੀ ਕਰ ਗਈ, ਕਿੱਡੇ ਵੱਡੇ ਵੱਡੇ ਫੌਜੀ ਅਫਸਰ ਵੀ ਰਹੇ, ਰਾਸ਼ਟਰਪਤੀ ਵੀ ਰਿਹਾ, ਪ੍ਰਧਾਨ ਮੰਤਰੀ ਵੀ ਰਿਹਾ, ਮੁੱਖ ਮੰਤਰੀ ਵੀ ਰਹੇ, ਹੈ ਨਾ। ਇਹੋ ਜਿਹੇ ਵੀ ਅਫਸਰ ਰਹੇ ਜਿਹੜੇ ਇਸ ਗੱਲ ਦਾ ਕ੍ਰੈਡਿਟ ਪੂਰੇ ਹਿੰਦੁਸਤਾਨ 'ਚ ਲੈਂਦੇ ਰਹੇ ਕਿ ਪੰਜਾਬ 'ਚ ਅਸੀਂ ਖਾੜਕੂਵਾਦ ਮੁਕਾ ਕੇ ਸ਼ਾਂਤੀ ਲੈ ਕੇ ਆਏ ਹਾਂ। ਬਾਵਜੂਦ ਉਸਦੇ ਅੱਜ ਵੀ ਅਸੀਂ ਸੁਣਦੇ ਹਾਂ ਕਿ ਸਿੱਖਾਂ ਬਾਰੇ ਚੁਟਕਲੇ, ਫਿਲਮਾਂ, ਵਾਹੀਆਤ ਕਿਸਮ ਦੀਆਂ ਫਿਲਮਾਂ, ਕੈਰੀਕੇਚਰਿੰਗ, ਇਹ ਆਮ ਹੀ ਵਰਤਾਰਾ ਬਣ ਕੇ ਅਜੇ ਵੀ ਚੱਲ ਰਿਹਾ। ਸੋ ਅਸੀਂ ਆਪਣਾ ਨੂੰ ਪੁੱਛੀਏ ਕਿ ਅਸੀਂ ਬਦਲਿਆ ਕੀ ਇਹਨਾਂ ਸਾਲਾਂ 'ਚ, ਆਪਾਂ ਉਸ ਨਸਲਵਾਦ ਦੇ ਖਿਲਾਫ ਲੜਾਈ ਲੜਨ 'ਚ ਕਿਹੜੀ ਜਿੱਤ ਪ੍ਰਾਪਤ ਕੀਤੀ। ਅਸੀਂ ਫਰਾਂਸ 'ਤੇ ਤਾਂ ਹਾੜੇ ਕੱਢਦੇ ਫਿਰਦੇ ਹਾਂ ਕਿ ਪੱਗ ਦੁਬਾਰਾ ਲਾਗੂ ਹੋਵੇ, ਪਰ ਭਾਰਤ 'ਚ ਉੱਥੇ ਕੀ ਹੋ ਰਿਹਾ? ਪੰਜਾਬ ਦੇ ਵਿੱਚ ਸਾਨੂੰ ਖਬਰਾਂ ਮਿਲ ਰਹੀਆਂ ਕਿ ਪੁਲਿਸ ਵਾਲੇ ਪੱਗਾਂ ਲੋਕਾਂ ਦੀ ਲਾ ਰਹੇ, ਪਿੱਛੇ ਇੱਕ ਵੀਡੀਓ ਵੀ ਸਾਹਮਣੇ ਆਈ। ਸੋ ਇਹ ਸਿਲਸਿਲਾ ਬਹੁਤ ਜਦੋਂ ਚੱਲਦਾ ਆ ਰਿਹਾ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਚਾਹੁੰਦਾ ਕਿ ਜਿਹੜੇ ਫਾਦਰ ਸਾਹਿਬ ਮੇਰੀ ਤੇਲ ਕੰਪਨੀ 'ਚ ਕੰਮ ਕਰਦੇ ਸੀ, ਉਹਨਾਂ ਦੀ ਇੱਕ ਫਿਲਮ ਕੋਈ ਬਣੀ ਜਿਹੜੀ ਇਨ ਹਾਊਸ, ਉਹ ਵੇਖਣ ਦਾ ਮੌਕਾ ਮਿਲਿਆ। ਉਹ ਫਿਲਮ 'ਚ ਦੋ ਲੋਕ ਮਜ਼ਾਕ ਕਰ ਰਹੇ, ਆਪਸ ਵਿੱਚ ਸ਼ਤਰੰਜ ਖੇਡ ਰਹੇ। ਕਹਿੰਦੇ ਜੀ ਚੁਟਕਲਾ ਸੁਣਾਵਾਂ ਕਿ ਦੋ ਸਿੱਖ ਚੈਸ ਖੇਡਦੇ ਸੀਗੇ, ਸਾਰੇ ਹੱਸ ਰਹੇ ਉਹਦੇ ਵਿੱਚ। ਮਤਲਬ ਕਹਿੰਦਾ ਕਿ ਸਿੱਖਾਂ ਨੂੰ ਅਕਲ ਹੀ ਹੈ ਨਹੀਂ, ਚੈਸ ਖੇਡ ਸਕਦੇ। ਮੈਂ ਉਹਦੇ ਬਾਰੇ ਆਰਟੀਕਲ ਵੀ ਲਿਖਿਆ ਸੀਗਾ, ਭਾਵੇਂ ਕਿ ਉਹ ਮੇਰੇ ਫਾਦਰ ਸਾਹਿਬ ਦੀ ਕੰਪਨੀ ਦੀ ਆਪਣੀ ਕੋਈ ਇਨ ਹਾਊਸ ਫਿਲਮ ਸੀ। ਇਸੇ ਤਰੀਕੇ ਨਾਲ ਇੱਕ ਕਿਤਾਬ ਉੱਥੇ ਰਾਜਸਥਾਨ 'ਚ ਪ੍ਰਕਾਸ਼ਿਤ ਹੁੰਦੀ, ਸਕੂਲ ਦੀ ਕਿਤਾਬ, ਜਿਸ 'ਚ ਸਿੱਖਾਂ ਦੇ 12 ਵਜੇ ਦਾ ਚੁਟਕਲਾ ਪ੍ਰਕਾਸ਼ਿਤ ਕੀਤਾ ਗਿਆ। ਇਹ ਸਿਲਸਿਲਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ। ਇਹ ਸਾਨੂੰ ਸੋਚਣਾ ਪੈਣਾ ਕਿ ਨਸਲਵਾਦ ਦੇ ਖਿਲਾਫ ਅਸੀਂ ਉੱਥੇ ਕਿੰਨੀ ਲੜਾਈ ਲੜ ਰਹੇ ਹਾਂ। ਔਰ ਉੱਥੇ ਵੀ ਇਕੱਲੇ ਸਿੱਖਾਂ ਦਾ ਮਸਲਾ ਨਹੀਂ ਗਾ। ਤੁਸੀਂ ਵੇਖ ਲਓ ਕਿ ਜਿਹੜੇ ਉੱਤਰੀ ਪੂਰਬੀ ਰਾਜਾਂ ਦੇ ਨਿਆਂ ਨਕਸ਼ ਜਿਨ੍ਹਾਂ ਦੇ ਵੱਖਰੇ ਕਿਸਮ ਦੇ, ਉਹਨਾਂ ਦੇ ਬਾਰੇ ਮਜ਼ਾਕ, ਤਾਮਿਲ ਲੋਕਾਂ ਦੇ ਬਾਰੇ ਮਜ਼ਾਕ, ਇਹ ਆਮ ਹੀ ਚੱਲਦਾ ਉੱਥੇ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਇਸ ਵਿਸ਼ੇ ਨੂੰ ਬੜੀ ਬਰੀਕੀ ਨਾਲ ਤੁਸੀਂ ਸਾਂਝਾ ਕੀਤਾ। ਨਸਲਵਾਦ ਦੇ ਖਿਲਾਫ ਬੜੇ ਭਾਵਪੂਰਤ ਵਿਚਾਰ ਦਿੱਤੇ, ਹਾਰਦਿਕ ਸ਼ੁਕਰੀਆ। ਮਿਹਰਬਾਨੀ, ਸ਼ੁਕਰੀਆ ਜੀ। ਅਖੀਰ ਦੇ ਵਿੱਚ ਜਿੱਥੇ ਅਮਰੀਕਾ ਦੇ ਵਿੱਚ ਬਫਲੋ ਦੇ ਵਿੱਚ ਇਹ ਨਸਲਵਾਦੀ ਘਟਨਾ ਹੋਈ,
ਉੱਥੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ। ਸਿਧਾਂਤਕ ਲੜਾਈ ਦੇ ਵਾਸਤੇ ਅਸੀਂ ਸੱਦਾ ਦਿੰਦੇ ਹਾਂ। ਉੱਥੇ ਨਾਲ ਹੀ ਭਾਰਤ ਦੇ ਵਿੱਚ ਜਿੱਥੇ ਮਜ਼ਾਕ ਉਡਾਇਆ ਜਾਂਦਾ, ਆ ਪਿੱਛੇ ਜੇ ਹੁਣ ਜਿਹੜਾ ਭਾਰਤੀ ਸਿੰਘ ਨਾਂ ਦੀ ਇਸ ਕਮੇਡੀਅਨ ਨੇ ਜਿਸ ਤਰ੍ਹਾਂ ਦਾ ਬਹੁਤ ਗਲਤ ਵਰਤਾਰਾ ਪੇਸ਼ ਕੀਤਾ, ਜਾਂ ਇਸ ਤਰ੍ਹਾਂ ਦੇ ਲੇਖ ਟਿੱਪਣੀਆਂ ਜਾਂ ਫਿਲਮੀ ਵਿਅੰਗ ਜਿਹੜੇ ਕੀਤੇ ਜਾਂਦੇ ਨੇ, ਸਾਨੂੰ ਇਸ ਦੇ ਪ੍ਰਤੀ ਵੀ ਜਾਗਰੂਕ ਹੋਣਾ ਪੈਣਾ ਕਿ ਨਸਲਵਾਦ ਜਿਹੜਾ ਹੈ ਇਹ ਸਾਡੇ ਹੱਡਾਂ ਦੇ ਵਿੱਚ ਜਿਵੇਂ ਰਚਿਆ, ਉਸ ਨੂੰ ਬਾਹਰ ਕਿਵੇਂ ਕੱਢਣਾ ਤੇ ਉਸ ਦੇ ਖਿਲਾਫ ਡਟਣਾ ਕਿਵੇਂ ਹੈ। ਆਪਣੀ ਪਛਾਣ ਜ਼ੁਬਾਨ ਰੋਕ ਕੇ ਨਹੀਂ, ਜਿਵੇਂ ਕਿ ਕਿਸੇ ਕਲਾਕਾਰ ਨੇ ਬੜਾ ਖੂਬਸੂਰਤ ਡਾਕਟਰ ਸਤਿੰਦਰ ਸਰਤਾਜ ਨੇ ਕਿਹਾ, ਵੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉੱਤੇ, ਮਾਣ ਭੋਰਾ ਵੀ ਨਹੀਂ ਰਿਹਾ ਗੁਰੂ ਦੀਆਂ ਸ਼ਾਨਾਂ ਉੱਤੇ। 4 ਅੱਖਰਾਂ ਨੂੰ ਬੋਲਣਾ ਦਾ ਕੋਲ ਨਹੀਂ ਉਹ ਸਮਾਂ, ਨਾਮ ਗੁਰਮੀਤ ਸਿੰਘ ਸੀ ਉਹ ਗੈਰੀ ਹੋ ਗਿਆ। ਅਸੀਂ ਆਪਣੀ ਪਛਾਣ ਨਾ ਗਵਾਈਏ, ਆਪਣੇ ਸਿਧਾਂਤ 'ਤੇ ਡਟੀਏ ਤੇ ਨਸਲਵਾਦ ਦੇ ਖਿਲਾਫ ਲੜੀਏ। ਇਹੀ ਸਾਡੇ ਗੁਰੂਆਂ ਨੇ ਸਾਨੂੰ ਸੁਨੇਹਾ ਦਿੱਤਾ ਹੈ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।